ਤੇ ਦੇਬੀ ਬਾਈ ਜੀ ਦੀ ਇੱਛਾ ਸੀ ਕਿ ਗੀਤ ਦੇ ਵਿੱਚ ਮੇਰਾ ਜਿਵੇਂ ਬਾਬੂ ਸਿੰਘ ਮਾਨ ਸਾਹਿਬ ਦਾ ਨਾਮ ਆਉਂਦਾ, ਬਾਪੂ ਦੇਵ ਤਰੀਕੇ ਵਾਲੇ ਜੀ ਦੇ ਦੇਵ ਜੀ ਦੇ ਨਾਲ ਤਰੀਕੇ ਬੋਲਦਾ, ਵੀ ਮੇਰੇ ਪਿੰਡ ਦਾ ਨਾਮ ਬੋਲਿਆ ਜਾਵੇ ਮਖਸੂਸਪੁਰਾ। ਪੰਜਾਬੀ ਦੇ ਵਿੱਚ ਬਹੁਤ 94ਵੀਆਂ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ 1000 ਤੱਕ ਜਾਂਦੀਆਂ ਨੇ ਗਿਣਤੀ ਦੀਆਂ। ਹਾਂਜੀ, ਤੁਸੀਂ ਯਕੀਨ ਜਾਣਿਓ, ਅਸੀਂ ਪਹਿਲੇ ਦਫਾ ਇਹ ਕਿਤਾਬ ਦੇ 10,000 ਕਾਪੀ ਛਪੀ, ਜਿਹੜੀ ਕਿ ਅਸੀਂ ਬਿਲਕੁਲ ਫ੍ਰੀ ਵੰਡੀ। ਬਿਲਕੁਲ ਪੈਦਲ ਸੀ, ਮੈਂ ਸੜਕ ਛਾਪ ਸੀ। ਮੈਂ ਸਪਸ਼ਟ ਗੱਲ ਕਹਿਣਾ ਕਿ ਘਰ ਦੇ ਰਾਸ਼ਨ ਕਾਰਡ 'ਚ ਨਾਂ ਵੀ ਨਹੀਂ ਸੀ ਲਿਖਾਉਣਾ ਚਾਹੁੰਦੇ। ਹਾਂਜੀ, 17 ਸਾਲ ਦੇ ਮੁੰਡੇ ਨੂੰ ਹਨਾ ਕੁਲਦੀਪ ਮਾਣਕ ਹੋਣਾ ਤੇ ਕਿਤਾਬ ਲਿਖਣ ਬਦਲੇ 80,000 ਰੁਪਏ ਮਿਲ ਸਕਦਾ, ਤਾਂ ਅੱਜ ਦੇ ਦੌਰ 'ਚ ਉਹ ਦੌਰ ਕਿੱਦਾਂ ਦਾ ਹੋਊਗਾ? ਉਦੋਂ 80,000 ਦੀ ਅਮਾਊਂਟ ਡਰ ਲੱਗਦਾ ਸੀ ਬੱਸ 'ਚ ਲੈ ਕੇ ਆਉਣ ਲੱਗੇ। ਜਿਹੜੇ ਕਹਿੰਦੇ ਸਾਨੂੰ ਮਿਹਨਤ ਨਹੀਂ ਮਿਲੀ, ਉਹ ਤੁਹਾਨੂੰ ਮਿਹਨਤ ਦਾ ਮੁੱਲ ਨਹੀਂ ਪਾਉਣਾ ਆਉਂਦਾ ਆਪਦੀ ਦਾ, ਤੁਹਾਨੂੰ ਕਮਰਸ਼ੀਅਲ ਹੋਣਾ ਹੀ ਨਹੀਂ ਆਇਆ। ਤੁਸੀਂ ਇੱਕ ਗੀਤ ਦੇ ਬਦਲੇ ਸ਼ਰਾਬ 'ਚ ਵਿਕ ਜਾਂਦੇ ਹੋ ਯਾਰ। ਤੁਹਾਨੂੰ ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਹਿਤਿਕ ਪ੍ਰੋਗਰਾਮ ਦਸਤਕ ਦੇ ਵਿੱਚ। ਕੁਝ ਕੁ ਵਰ੍ਹੇ ਪਹਿਲਾਂ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਜਨਮੇ ਇੱਕ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਵਿਖੇ ਕਵੀਸ਼ਰੀ ਗਾਉਣ ਦਾ ਮੌਕਾ ਮਿਲਦਾ ਹੈ ਤੇ ਕਵੀਸ਼ਰੀ ਗਾਉਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਇੱਕ ਬੋਰਡ ਦੇ ਉੱਪਰ ਵੱਡੇ ਘੱਲੂਘਾਰਾ ਬਾਰੇ ਪੜ੍ਹਦੇ ਨੇ ਤੇ ਉਹਨਾਂ ਦੇ ਮਨ ਅੰਦਰ ਇਸ ਪ੍ਰਤੀ ਹੋਰ ਪੜ੍ਹਨ ਦੀ ਇੱਛਾ ਪੈਦਾ ਹੁੰਦੀ ਹੈ। ਪਰੰਤੂ ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੀ ਨੂੰ ਉਹ ਇਸ ਬਾਰੇ 'ਚ ਸਵਾਲ ਕਰਦੇ ਨੇ ਕਿ ਇਸ ਘੱਲੂਘਾਰੇ ਬਾਰੇ ਜੇਕਰ ਕੋਈ ਸਮੱਗਰੀ ਜਾਂ ਕਿਤਾਬ ਉਹਨਾਂ ਕੋਲ ਪਈ ਹੈ ਤਾਂ ਮੈਨੂੰ ਪੜ੍ਹਨ ਲਈ ਦੇ ਦਿੱਤੀ ਜਾਵੇ, ਪਰ ਬਾਬਾ ਜੀ ਵੱਲੋਂ ਇਨਕਾਰ ਕਰਨ ਤੇ ਉਹਨਾਂ ਦੇ ਅੰਦਰ ਖੁਦ ਇਸ ਘੱਲੂਘਾਰੇ ਨੂੰ ਜਾਣਨ ਤੇ ਉਹਦੇ ਉੱਪਰ ਇੱਕ ਕਿਤਾਬ ਲਿਖਣ ਦੀ ਇੱਛਾ ਪੈਦਾ ਹੁੰਦੀ ਹੈ। ਇਸ ਨੌਜਵਾਨ ਦਾ ਨਾਂ ਹੈ ਅਲੀ ਰਾਜਪੁਰਾ। ਅਲੀ ਰਾਜਪੁਰਾ ਹੁਣਾਂ ਦਾ ਜਨਮ ਪਿਤਾ ਪਾਲ ਬਹਾਦਰ ਹੁਣਾਂ ਦੇ ਘਰ ਪਿੰਡ ਗੁਰਦਿੱਤਪੁਰਾ, ਜਿਹੜਾ ਕਿ ਪਹਿਲਾਂ ਜ਼ਿਲ੍ਹੇ ਪਟਿਆਲੇ ਦੇ ਵਿੱਚ ਆਉਂਦਾ ਸੀ ਤੇ ਹੁਣ ਜ਼ਿਲ੍ਹਾ ਮੋਹਾਲੀ ਦੇ ਵਿੱਚ ਪੈਂਦਾ ਹੈ, ਉਹਨਾਂ ਦੇ ਘਰ ਮਾਤਾ ਰੋਸ਼ਨੀ ਜੀ ਦੀ ਕੁੱਖੋਂ ਹੋਇਆ। ਹੁਣ ਤੱਕ 20 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਨੇ। ਆਪਣੀ 10ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਤਕਰੀਬਨ 9 ਮਹੀਨੇ ਇੱਕ ਕਰਿਆਨੇ ਦੀ ਦੁਕਾਨ ਤੇ ਮਹਿਜ਼ 400 ਰੁਪਏ ਦੇ ਉੱਪਰ ਕੰਮ ਕੀਤਾ, ਪਰ ਅਚਾਨਕ ਜਗਦੇਵ ਸਿੰਘ ਜੱਸੋਵਾਲ ਜੀ ਨਾਲ ਮਿਲਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਮੋੜ ਆਉਂਦਾ ਹੈ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ ਹੋਈ ਇਸ ਤਬਦੀਲੀ ਬਾਰੇ, ਪੰਜਾਬੀ ਸਾਹਿਤ ਜਗਤ ਦੇ ਵਿੱਚ ਉਹਨਾਂ ਦੇ ਮੁਕਾਮ ਬਾਰੇ ਤੇ ਸਿੱਖ ਇਤਿਹਾਸ ਲਈ ਕੀਤੇ ਗਏ ਉਹਨਾਂ ਦੇ ਕੰਮਾਂ ਬਾਰੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਰੁਪਿੰਦਰ ਸੰਧੂ ਜੀ ਉਹਨਾਂ ਦਾ, ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਸਨਮੁਖ ਹੋ ਸਕਿਆ ਜੀ। ਸਰ, ਤੁਸੀਂ ਤਕਰੀਬਨ ਹਰ ਇੰਟਰਵਿਊ ਦੇ ਵਿੱਚ, ਹਰ ਆਰਟੀਕਲ ਦੇ ਵਿੱਚ ਆਪਣੇ ਜਿਹੜੇ ਅੰਮੀ ਨੇ ਰੋਸ਼ਨੀ ਜੀ, ਉਹਨਾਂ ਦਾ ਬਹੁਤ ਜ਼ਿਆਦਾ ਜ਼ਿਕਰ ਕਰਦੇ ਹੋ ਜੀ। ਤਕਰੀਬਨ 2 ਵਰ੍ਹੇ ਹੋ ਗਏ ਨੇ ਉਹਨਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ ਜੀ। ਉਹ ਵੀ ਵੇਲਾ ਸੀ ਜਦੋਂ ਤੁਸੀਂ ਕਾਮਯਾਬ ਨਹੀਂ ਸੀ ਜ਼ਿੰਦਗੀ ਦੇ ਵਿੱਚ, ਪਰਿਵਾਰ ਆ ਜਿਹੜਾ ਆਰਥਿਕ ਤੰਗੀਆਂ ਦੇ ਵਿੱਚੋਂ ਗੁਜ਼ਰ ਰਿਹਾ ਸੀ ਜੀ। ਬਿਲਕੁਲ। ਉਹਨਾਂ ਨੂੰ ਇਹ ਖੁਸ਼ੀ, ਤੁਹਾਡੀ ਇਹ ਕਾਮਯਾਬੀ ਦੇਖਣੀ ਨਸੀਬ ਹੋਈ ਜਾਂ ਫਿਰ ਉਸ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ? ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਹਰ ਇੱਕ ਰਿਸ਼ਤੇ ਦੇ ਵਿੱਚ ਜਿਹੜਾ ਬਹੁਤ ਕਰੀਬੀ ਰਿਸ਼ਤਾ ਤੁਹਾਡੇ ਇੱਕ ਮਾਂ ਦਾ ਹੁੰਦਾ। ਬਿਲਕੁਲ। ਤੇ ਮਾਂ ਦਾ ਤੇ ਪਿਤਾ ਦਾ ਜਿਹੜਾ ਰਿਸ਼ਤਾ ਤੁਹਾਡੇ ਤੋਂ ਇੱਕ ਆਸ ਰੱਖਦਾ ਕਿ ਮੈਂ ਆਪਦੇ ਪੇਟ ਤੋਂ ਜੰਮੇ ਜਾਂ ਆਪਦੇ ਪਾਲੇ ਪੁੱਤ ਨੂੰ ਇੱਕ ਮੁਕਾਮ ਤੇ ਦੇਖਾਂ, ਇੱਕ ਕਾਮਯਾਬੀ ਦੇ ਟਿੱਸੀ ਤੇ ਦੇਖਾਂ। ਸੋ ਉਹੀ ਭਾਵਨਾਵਾਂ ਮੇਰੀ ਮਾਂ ਦੇ ਅੰਦਰ ਸੀ। ਬਹੁਤ ਜ਼ਿਆਦਾ ਸੈਂਸਿਟਿਵ ਕਹਿ ਸਕਦੇ ਹਾਂ, ਬਹੁਤ ਜ਼ਿਆਦਾ ਨਿਮਰਤਾ ਭਰੀ ਔਰਤ ਸੀ, ਜਿਹਦੀ ਬਦੌਲਤ ਜਿਹੜਾ ਉਹਦਾ ਸੁਭਾਅ ਸੀ, ਮੈਂ ਇਹ ਕਹੂੰਗਾ ਕਿ ਉਹਨਾਂ ਕਰਕੇ ਉਹ ਮੇਰੇ ਪਹਿਲੇ ਉਸਤਾਦ ਸੀਗੇ ਤੇ ਜਿਨ੍ਹਾਂ ਕਰਕੇ ਮੈਂ ਅੱਜ ਇਸ ਮੁਕਾਮ ਤੇ ਜਾਂ ਤੁਹਾਡੇ ਸਾਹਮਣੇ ਸਨਮੁਖ ਬੈਠਾ। ਪਰ ਜਿਹੜੀ ਗੱਲ ਕਾਮਯਾਬੀ ਦੀ ਰਹੀ, ਕਿਉਂਕਿ ਜਦੋਂ 2017 ਦੇ ਵਿੱਚ ਮੈਨੂੰ ਸਟੇਟ ਅਵਾਰਡ ਮਿਲਿਆ ਤਾਂ ਉਸ ਵਕਤ ਉਹ ਜਿਉਂਦੇ ਸੀ ਤੇ ਸਟੇਟ ਅਵਾਰਡ ਲੈ ਕੇ ਆਉਣ ਤੋਂ ਬਾਅਦ ਮੈਂ ਘਰੇ ਆ ਕੇ ਉਹ ਅਵਾਰਡ ਆਪਦੀ ਮਾਤਾ ਦੀ ਝੋਲੀ ਪਾਇਆ ਸੀ। ਕਿਉਂਕਿ ਜਿੱਥੇ ਕਿਤੇ ਵੀ ਹੈਗਾ, ਜੋ ਕੁਛ ਵੀ ਹੈਗਾ, ਉਹਨਾਂ ਦੀ ਬਦੌਲਤ ਆ ਮੈਂ। ਕਿਉਂਕਿ ਉਹਨਾਂ ਨੇ ਮੈਨੂੰ ਉਹ ਦਿਨ 'ਚ ਵੀ ਦੇਖਿਆ, ਪੈਦਲ ਵੀ ਦੇਖਿਆ, ਜ਼ਮੀਨ 'ਤੇ ਵੀ ਦੇਖਿਆ, ਤੇ ਉਹਨੇ ਮੈਨੂੰ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਨੂੰ ਵੀ ਦੇਖਿਆ, ਤੇ ਉਹਨੇ ਉਦੋਂ ਵੀ ਦੇਖਿਆ ਜਦੋਂ ਮੇਰਾ ਰਾਸ਼ਨ ਕਾਰਡ 'ਤੇ ਨਾਂ ਨਹੀਂ ਸੀ, ਉਹਨੇ ਮੈਨੂੰ ਉਦੋਂ ਵੀ ਦੇਖਿਆ ਜਦੋਂ ਮੇਰੇ ਕੰਧਾਂ 'ਤੇ ਪੋਸਟਰ ਸੀ। ਹਾਂਜੀ ਜੀ।
ਕਹਿੰਦੇ ਨੇ ਕਿ ਤੁਹਾਨੂੰ ਸਾਹਿਤ ਦੀ ਸੂਝ-ਬੂਝ ਜਾਂ ਇੰਨਾ ਜਿਹੜਾ ਸੰਜੀਦਾ ਜਿਹਾ ਜ਼ਿਹਨ ਹੈ ਇਹ ਦੇਣ ਵਾਲੇ ਵੀ ਉਹੀ ਨੇ, ਹੈ ਨਾ? ਜੀ ਬਿਲਕੁਲ ਬਿਲਕੁਲ। ਮੈਨੂੰ ਲੱਗਦਾ ਕਿ ਮੇਰੇ ਉੱਤੇ ਨਿਰਾ ਪੂਰਾ ਜਿਹੜਾ ਪ੍ਰਭਾਵ ਹੈ ਮੇਰੇ ਮੰਮਾ ਦਾ, ਮੇਰੀ ਮਾਂ ਦਾ, ਜਿਹਦੇ ਕਰਕੇ ਮਤਲਬ ਮੈਂ ਆਪਣੇ ਆਪ ਨੂੰ ਇਹ ਸਮਝਦਾ ਸ਼ਾਇਦ ਜੇ ਕਿਤੇ ਮੇਰੀ ਜ਼ਿੰਦਗੀ ਮੈਂ ਉਸ ਪੇਟ ਤੋਂ ਨਾ ਜੰਮਿਆ ਹੁੰਦਾ, ਸ਼ਾਇਦ ਮੈਂ ਅਲੀ ਮੁਹੰਮਦ ਵੀ ਨਾ ਹੁੰਦਾ। ਰਾਜਪੁਰਾ ਬਣਨਾ ਤਾਂ ਬਹੁਤ ਵੱਡੀ ਗੱਲ ਹੈ, ਉਹਨਾਂ ਦੀ ਬਦੌਲਤ ਤਾਂ ਉਹਨਾਂ ਕਰਕੇ ਆ। ਅਤੇ ਮੇਰਾ ਕਾਮਯਾਬੀ ਦਾ, ਮੇਰੇ ਇੱਥੋਂ ਤੱਕ ਆਉਣ ਦਾ ਸਾਰੇ ਦਾ ਸਾਰਾ ਸਿਹਰਾ ਮੇਰੀ ਮਾਂ ਨੂੰ ਜਾਂ ਮੇਰੇ ਪਿਤਾ ਨੂੰ। ਜੀ ਸਰ, ਤੁਸੀਂ ਬਹੁਤ ਛੋਟੀ ਉਮਰ 'ਚ ਪਹਿਲੀ ਕਿਤਾਬ ਲਿਖੀ, ਜਦੋਂ ਮੈਂ ਤੁਸੀਂ 16 ਸਾਲ ਤੋਂ ਵੀ ਘੱਟ ਸੀ। ਹਾਂ ਜੀ, 16 ਸਾਲ ਦੇ ਕਰੀਬ ਏਜ ਸੀ ਮੇਰੀ। ਬਿਲਕੁਲ। ਹਿਜਰ ਤੈਂਡੜਾ ਜੀ ਕਿਤਾਬ ਹੈ ਜਿਹੜੀ ਜ਼ਿਆਦਾ ਰੋਮਾਂਸ ਤੇ ਜਾਂ ਬਿਰਹਾ ਦੇ ਉੱਪਰ ਲਿਖੀ ਗਈ ਹੈ। ਬਿਲਕੁਲ ਜੀ। ਕਦੀ ਉਹ ਵੀ ਸਮਾਂ ਸੀ ਕਿ ਮੁਖਬੰਦ ਵੀ ਕਿਸੇ ਨੇ ਨਹੀਂ ਲਿਖਿਆ, ਤੇ ਉਹ ਵੀ ਸਮਾਂ ਆਇਆ ਕਿ ਕਿਤਾਬ ਤੇ ਐਮਫਿਲ ਵੀ ਹੋ ਗਈ ਜੀ। ਇੰਨੀ ਛੋਟੀ ਉਮਰ ਦੇ ਵਿੱਚ, ਜਦੋਂ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਇੱਕ ਬਚਪਨ ਦੇ ਸਮੇਂ ਦੇ ਵਿੱਚ ਹੀ ਹੁੰਨੇ ਆ ਜੀ, ਕਿਸੇ ਪ੍ਰਤੀ ਰੋਮਾਂਸ ਸੋਚਣਾ ਜਾਂ ਬਿਰਹਾ ਸੋਚਣਾ, ਇਹ ਕਿਵੇਂ ਖਿਆਲ ਆਇਆ ਕਿ ਇਸ ਤਰੀਕੇ ਦੀਆਂ ਕਵਿਤਾਵਾਂ ਨੇ ਜਿਹੜੀਆਂ ਮੈਂ ਲਿਖਣੀਆਂ ਨੇ? ਕਿਉਂਕਿ ਮੈਨੂੰ ਇੱਦਾਂ ਲੱਗਦਾ ਜਦੋਂ ਬੰਦਾ ਕੋਰਾ ਹੁੰਦਾ ਨਾ, ਉਹ ਤੇ ਜਿਹੜੀ ਚੀਜ਼ ਝਰੀਟੀ ਜਾਵੇ, ਜਿਵੇਂ ਚਿੱਟੇ ਕੱਪੜੇ ਤੇ ਕੋਈ ਦਾਗ ਲੱਗ ਜੇ ਜਾਂ ਕੋਈ ਚੀਜ਼ ਚੰਦ 'ਚੋਂ ਹੁਣ ਦਾਗ ਉਹ ਨਜ਼ਰ ਆਉਂਦਾ ਸਭ ਨੂੰ, ਹੈ ਨਾ? ਜਦੋਂ ਤੁਹਾਡਾ ਕੋਰਾ ਮਨ ਹੁੰਦਾ, ਉਹ ਤੇ ਜਿਹੜੀ ਚੀਜ਼ ਝਰੀਟੀ ਗਈ ਉਹ ਤੁਹਾਨੂੰ ਉੱਦਾਂ ਹੀ ਉੱਭਰ ਸਾਹਮਣੇ ਆਉਂਦੀ ਆ। ਮੈਂ ਕਵਿਤਾ ਦੀ ਗੱਲ ਜੋੜ ਕੇ ਇਸ ਲਈ ਕਰ ਰਿਹਾ ਕਿ ਉਸ ਸਮੇਂ ਦੌਰਾਨ ਨਵਾਂ ਸੀ ਮੈਂ, ਸ਼ੁਰੂਆਤ ਸੀ ਮੇਰੀ। ਕਿਉਂਕਿ ਮੈਂ ਸ਼ਾਇਦ ਦੱਸਣਾ ਜ਼ਿਕਰ ਕਿਤੇ ਕੀਤਾ ਵੀ ਹੋਊਗਾ ਪਹਿਲਾਂ, ਮੈਂ 5ਵੀਂ ਦੇ ਵਿੱਚ ਸੀ ਜਦੋਂ ਮੇਰਾ ਪਹਿਲਾ ਗੀਤ ਮੈਂ ਲਿਖਿਆ ਸੀਗਾ। ਚੌਥੀ ਦੇ ਵਿੱਚ, ਸੌਰੀ, ਤੀਜੀ ਚੌਥੀ ਸੀ ਜਦੋਂ ਪਹਿਲਾ ਗੀਤ ਲਿਖਿਆ। ਅਤੇ ਉਹਨਾਂ ਸਮਿਆਂ ਦੇ ਪੜ੍ਹਨ ਦੀ ਜਿਹੜੀ ਲਾਲਸਾ ਸੀ ਮੈਨੂੰ ਬਚਪਨ ਤੋਂ ਸੀ। ਮੈਂ ਮਤਲਬ ਜੇ ਮੇਰੇ ਹੱਥ ਕੋਈ ਅਖਬਾਰ ਲੱਗ ਗਿਆ, ਅਖਬਾਰ ਨਹੀਂ ਛੱਡਿਆ, ਜੇ ਕੋਈ ਮੈਗਜ਼ੀਨ ਲੱਗ ਗਿਆ, ਮੈਗਜ਼ੀਨ ਨਹੀਂ ਛੱਡਿਆ। ਇਸੇ ਕਰਕੇ ਮੇਰੀ ਸੇਠ ਨਾਲ ਵੀ ਖੜਕਦੀ ਰਹੀ, ਕਿਉਂਕਿ ਲਾਲਸਾ ਹੁੰਦੀ, ਤੁਹਾਨੂੰ ਜਗਿਆਸਾ ਹੁੰਦੀ ਤੁਹਾਡੇ ਮਨ ਦੇ ਵਿੱਚ ਨਵਾਂ ਪੜ੍ਹਨ ਅਤੇ ਜਾਣਨ ਦੀ। ਅਤੇ ਉਸ ਸਮੇਂ ਦੌਰਾਨ ਮੇਰੇ ਹੱਥ ਜਿਹੜੀਆਂ ਕਿਤਾਬਾਂ ਲੱਗੀਆਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ ਲੱਗੀਆਂ। ਅੱਛਾ ਜੀ। ਉਹਨਾਂ ਦਾ ਪ੍ਰਭਾਵ ਸੀ ਮੇਰੇ ਉੱਤੇ ਤਾਜ਼ਾ। ਅਤੇ ਉਹ ਮਤਲਬ ਇੰਨਾ ਜ਼ਿਆਦਾ ਡੂੰਘਾ ਉਤਰਿਆ ਉਹਨਾਂ ਚੀਜ਼ਾਂ ਦੇ ਵਿੱਚ ਕਿ ਮੇਰੇ ਜਿਹੜੇ ਸ਼ਬਦ ਸੀ ਉੱਦਾਂ ਹੀ ਘੁੰਮਾਉਂਦੇ ਰਹੇ। ਉਸ ਕਵਿਤਾ ਦਾ, ਉਸ ਕਿਤਾਬ ਦਾ ਲਿਖਿਆ ਜਾਣਾ, ਕਿਉਂਕਿ ਮੇਰੇ ਅੰਦਰ ਜਨੂੰਨ ਸੀ ਯਾਰ ਮੈਂ ਇੱਕ ਲੇਖਕ ਤੌਰ 'ਤੇ ਸਥਾਪਿਤ ਹੋਣਾ। ਕਿਉਂਕਿ ਉਸ ਤੋਂ ਪਹਿਲਾਂ ਮੈਂ ਕਲਾਕਾਰ ਬਣਨਾ ਚਾਹੁੰਦਾ ਸੀ। ਕਲਾਕਾਰੀ ਦਾ ਜਿਹੜਾ ਪੰਧ ਸੀ ਬਹੁਤ ਲੰਮਾ ਸੀ ਅਤੇ ਬਹੁਤ ਮਹਿੰਗਾ ਸੀ, ਮੈਂ ਉਸ ਪਾਸੇ ਵੱਧ ਨਹੀਂ ਸੀ ਸਕਦਾ। ਉਹਦੇ ਕਰਕੇ ਮੈਂ ਲਿਖਣ ਵੱਲ ਵਧਿਆ ਸੀ ਅਤੇ ਇਸੇ ਕਰਕੇ ਮੇਰੀ ਕਿਤਾਬ ਹੈ ਜਿਹੜੀ ਬਹੁਤ ਘੱਟ ਉਮਰ ਦੇ ਵਿੱਚ ਆ ਗਈ ਸੀ। ਉਦੋਂ ਤਾਂ ਕਿਸੇ ਨੇ ਤੁਸੀਂ ਵੀ ਜ਼ਿਕਰ ਕੀਤਾ ਕਿ ਕੋਈ ਭੂਮਿਕਾ ਨਹੀਂ ਸੀ ਲਿਖਣੀ ਚਾਹੁੰਦਾ, ਕਿਉਂਕਿ ਇੱਕ ਤਾਂ ਉਮਰ ਘੱਟ ਸੀ, ਇੱਕ ਅਗਲਾ ਕਹਿੰਦਾ ਰੋਮਾਂਸਵਾਦੀ ਦੀਆਂ ਕਵਿਤਾਵਾਂ ਨੇ ਕੀ ਕਰਨਗੇ ਪੜ੍ਹ ਕੇ। ਪਰ ਮੈਨੂੰ ਇਸ ਗੱਲ ਦਾ ਮਾਣ ਵੀ ਆ, ਫਖਰ ਵੀ ਆ ਕਿ ਉਸ ਕਿਤਾਬ ਨੂੰ ਸਾਹਿਤਕ ਹਲਕਿਆਂ ਦੇ ਵਿੱਚ ਬਹੁਤ ਜ਼ਿਆਦਾ ਸਲਾਹਿਆ ਗਿਆ ਸੀ। ਜੀ। ਕੋਈ ਕਵਿਤਾ ਯਾਦ ਹੈ ਉਹਦੇ 'ਚੋਂ? ਉਹਦੇ 'ਚ ਇੱਕ ਮੇਰੀ ਕਵਿਤਾ ਸੀਗੀ, ਰੱਬਾ ਮੇਰਿਆ ਰੱਬਾ ਕੋਈ ਐਸਾ ਫੁੱਲ ਖਿੜਾ ਮਾਣ ਸੁਗੰਧੀ ਮੈਂ ਮਰ ਜਾਵਾਂ ਮੈਨੂੰ ਬੜਾ ਮਰਨ ਦਾ ਚਾਅ। ਇੱਦਾਂ ਕਰਕੇ। ਬਹੁਤ ਸੋਹਣੀ ਹੈ, ਤੁਸੀਂ ਬਿਲਕੁਲ ਸ਼ਿਵ ਕੁਮਾਰ ਹੋਣਾ ਤਰ੍ਹਾਂ ਤਰਨਮ 'ਚ ਵੀ ਸੋਹਣਾ ਗਾਉਂਦੇ ਹੋ। ਥੈਂਕ ਯੂ ਸਰ। ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ, ਮੈਂ ਵੀ ਇਹ ਮੈਂਸ਼ਨ ਕੀਤਾ ਕਿ ਜਗਦੇਵ ਸਿੰਘ ਜੱਸੋਵਾਲ ਹੋਣਾ ਨਾਲ ਤੁਹਾਡਾ ਮੇਲ ਹੁੰਦਾ, ਤੁਸੀਂ ਉਹਨਾਂ ਕੋਲ ਪਹੁੰਚਦੇ ਹੋ ਕਿ ਬਾਪੂ ਜੀ ਮੈਂ ਗਾਇਕ ਬਣਨਾ, ਹੈ ਨਾ, ਕਲਾਕਾਰ ਬਣਨਾ। ਉਹ ਤੁਹਾਨੂੰ ਕਰਨੈਲ ਸਿੰਘ ਪਾਰਸ ਹੋਣਾ ਕੋਲ ਭੇਜਦੇ ਨੇ। ਨਾਲ ਗਏ ਸੀ ਲੈ ਕੇ? ਬਿਲਕੁਲ। ਅੱਛਾ ਜੀ, ਨਾਲ ਲੈ ਕੇ ਗਏ ਸੀ ਮੈਨੂੰ ਰਾਮੂ ਵਾਲੇ ਉਦੋਂ। ਅੱਛਾ ਜੀ। ਉਹਨਾਂ ਕੋਲ ਤੁਹਾਨੂੰ ਨਾਲ ਲੈ ਕੇ ਜਾਂਦੇ ਨੇ, ਉੱਥੇ ਹੀ ਤੁਹਾਡਾ ਮੇਲ ਆ ਜਿਹੜਾ ਕੁਲਦੀਪ ਮਾਣਕ ਹੋਣਾ ਨਾਲ ਹੁੰਦਾ। ਉਹ ਛੱਡ ਕੇ ਮੁੜ ਆਏ ਸੀਗੇ, ਮੈਂ ਉੱਥੇ ਰਹਿੰਦਾ ਹੁੰਦਾ ਸੀ ਅਤੇ ਬਾਪੂ ਭਾਰ ਸਾਹਿਬ ਕੋਲੇ ਮਾਣਕ ਸਾਹਿਬ ਦੀ ਕਾਫੀ ਆਮਦ ਸੀ। ਅਕਸਰ ਕਿਤੇ ਲੰਘਣਾ ਬਣਨਾ ਮੋਗੇ ਵਿੱਚ ਦੀ ਜਾਂ ਨੇੜੇ ਤੇੜੇ ਆਉਣਾ ਜਾਣਾ ਤਾਂ ਬਾਪੂ ਜੀ ਕੋਲੇ ਆਉਂਦੇ ਜਾਂਦੇ ਬਹੁਤ ਸੀ ਮਾਣਕ ਸਾਹਿਬ। ਉੱਥੋਂ ਹੀ ਮਤਲਬ ਐਂ ਹੋ ਗਿਆ ਕਿ ਯਾਰ ਬੰਦਾ ਬਹੁਤ ਵੱਡੀ ਹਸਤੀ ਹੈ, ਇਹਦੇ ਬਾਰੇ ਕੰਮ ਹੋਣਾ ਚਾਹੀਦਾ। ਉੱਥੋਂ ਜਨੂੰਨ ਸੀ ਬਸ। ਫਿਰ ਜ਼ਿੰਦਗੀ ਤੇ ਕਿਤਾਬ ਲਿਖਦੇ ਹੋ, ਹੈ ਨਾ, ਉਹਨਾਂ ਉਸ ਕਿਤਾਬ ਦੇ ਬਦਲੇ 80,000 ਰੁਪਏ ਜਿਹੜੀ ਪਹਿਲੀ ਮਿਹਨਤ ਆ ਝੋਲੀ ਪੈਂਦੀ ਆ ਤੁਹਾਡੇ। ਜੀ। ਜਗਦੇਵ ਸਿੰਘ ਜੱਸੋਵਾਲ ਜੀ ਉਹਨਾਂ ਨੇ ਤੁਹਾਨੂੰ ਸਿਖਾਇਆ ਕਿ ਜਿਹੜੀ ਕਿਰਤ ਆ ਉਹਦਾ ਮੁੱਲ ਲੈਣਾ ਤੁਹਾਨੂੰ ਆਉਣਾ ਚਾਹੀਦਾ, ਮੁੱਲ ਦੇਣ ਵਾਲੇ ਬਹੁਤ ਨੇ, ਹੈ ਨਾ। ਜੀ ਬਿਲਕੁਲ। ਕਰਨੈਲ ਸਿੰਘ ਪਾਰਸ ਹੋਣਾ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਉਹ ਵੀ ਇੱਕ ਤੁਰਦਾ ਫਿਰਦਾ ਇਹੋ ਜਿਹਾ ਕਵਿਸ਼ਰੀ ਦਾ ਫਲਸਫਾ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਵੱਡੇ ਜਿਹੜੇ ਗਾਇਕ ਆ ਕੇ ਪੈਰੀ ਹੱਥ ਲਾਉਂਦੇ ਸੀ। ਬਿਲਕੁਲ ਜੀ। ਇਸ ਤੋਂ ਇਲਾਵਾ ਇਹਨਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ ਬਹੁਤ ਲੰਮਾ ਸਮਾਂ ਤੁਹਾਨੂੰ ਰਹਿਣ ਦਾ ਮੌਕਾ ਮਿਲਿਆ ਜੀ। ਕੁਝ ਹੋਰ ਸਾਂਝਾਂ ਜਿਹੜੀਆਂ ਉਹਨਾਂ
ਦੀਆਂ ਤੁਹਾਡੀ ਜ਼ਿੰਦਗੀ ਦੇ ਉੱਤੇ ਸਦੀਵੀ ਪ੍ਰਭਾਵ ਛੱਡ ਗਈਆਂ, ਮੈਂ ਚਾਹੁੰਦੀ ਹਾਂ ਕਿ ਉਹਨਾਂ ਦਾ ਤੁਸੀਂ ਜ਼ਿਕਰ ਕਰੋ। ਮੈਨੂੰ ਦੋ ਗੱਲਾਂ ਨਹੀਂ ਕਦੇ ਵੀ ਭੁੱਲਦੇ। ਇੱਕ ਤਾਂ ਬਾਪੂ ਪਾਰਸ ਸਾਹਿਬ ਦੀ, ਹਾਂਜੀ, ਉਹ ਕਹਿੰਦੇ ਹੁੰਦੇ ਸੀ, ਜਦੋਂ ਮੇਰੀ ਕਿਤਾਬ, ਜਿਹੜੀ ਕਿਤਾਬ ਦੀ ਆਪਾਂ ਕਵਿਤਾ ਦੀ ਗੱਲ ਕਰਦੇ ਹਾਂ, ਜਿਹਤੇ ਐਮਫਿਲ ਹੋਈ, ਜਦੋਂ ਉਹ ਟਰਾਂਸਲੇਟ ਅੰਗਰੇਜ਼ੀ ਦੇ ਵਿੱਚ ਹੋਈ, ਮੈਂ ਬਾਪੂ ਜੀ ਨੂੰ ਦੇਣ ਗਿਆ ਰਾਮੂ ਵਾਲੇ, ਮੈਨੂੰ ਹੱਸਣ ਲੱਗ ਗਏ। ਕਹਿੰਦੇ ਅਲੀ, ਅੱਜ ਤੇਰੇ ਰੁੱਖ ਦੀ ਟਾਹਣੀ ਨੂੰ ਫਲ ਲੱਗ ਗਿਆ। ਜਦੋਂ ਰੁੱਖ ਦੀ ਟਾਹਣੀ ਨੂੰ ਫਲ ਲੱਗ ਜਾਵੇ ਨਾ, ਤਾਂ ਉਸ ਟਾਹਣੀ ਦਾ ਫਰਜ਼ ਬਣਦਾ ਕਿ ਉਹ ਝੁਕ ਜੇ। ਜੇ ਉਹ ਟਾਹਣੀ ਝੁਕਦੀ ਨਹੀਂ, ਉਹ ਟਾਹਣੀ ਟੁੱਟ ਜਾਂਦੀ ਹੁੰਦੀ ਆ। ਕਹਿਣ ਦਾ ਭਾਵ ਉਹਨਾਂ ਦਾ ਨਿਰਾ ਪੂਰਾ ਇਹ ਸੀ ਕਿ ਜਦੋਂ ਤੁਹਾਨੂੰ ਕਾਮਯਾਬੀ ਮਿਲ ਜਾਵੇ, ਤੁਹਾਡੇ ਧੌਣ ਦੇ ਵਿੱਚ ਸਰੀਆ ਨਹੀਂ ਹੋਣਾ ਚਾਹੀਦਾ, ਤੁਹਾਡੇ ਸੁਭਾਅ ਦੇ ਵਿੱਚ ਨਿਮਰਤਾ ਵੱਧ ਜਾਣੀ ਚਾਹੀਦੀ ਆ। ਇਸੇ ਤਰ੍ਹਾਂ ਗੱਲ ਬਾਪੂ ਮਾਨਕ ਸਾਹਿਬ ਦੀ। ਮੈਂ ਮਾਨਕ ਸਾਹਿਬ ਨੂੰ ਬਹੁਤ ਅਦਬ ਦੇ ਨਾਲ ਬਾਪੂ ਇਸ ਕਰਕੇ ਕਹਿਣਾ, ਕਿਉਂਕਿ ਉਹ ਮੇਰਾ ਵਕਤ ਇੱਦਾਂ ਦਾ ਸੀ ਕਿ ਉਦੋਂ ਮੈਨੂੰ ਘਰ ਦੇ ਵੀ ਇਹ ਕਹਿਣੋਂ ਡਰਦੇ ਸੀ ਕਿ ਸਾਡਾ, ਮੇਰੇ ਰਿਸ਼ਤੇਦਾਰ ਵੀ ਕਹਿਣੋਂ ਡਰਦੇ ਸੀ ਕਿ ਸਾਡਾ ਰਿਸ਼ਤੇਦਾਰ ਹੈ। ਅੱਜ ਦੁਨੀਆ ਜੋ ਮਰਜ਼ੀ ਕਹਿ ਲੈਣ, ਰਿਸ਼ਤੇਦਾਰ ਜੋ ਮਰਜ਼ੀ ਕਹਿ ਲੈਣ, ਪਰ ਉਹ ਦੌਰ ਮੇਰੇ ਜ਼ਿਹਨ ਦੇ ਵਿੱਚ ਅੱਜ ਵੀ ਜਿਉਂਦਾ ਤਿਉਂ ਹੈ। ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਸੀ, ਮੈਂ ਕਦੇ ਨਹੀਂ ਭੁੱਲਦਾ। ਬਾਈ ਦੇਬੀ ਦਾ ਜਦੋਂ ਗੀਤ ਰਿਕਾਰਡ ਹੋਇਆ, ਬਾਬਲ ਮਰਿਆ ਭਾਬੀਏ ਪੈ ਗਏ ਪਵਾੜੇ, ਉਹਦੀ ਰਿਕਾਰਡਿੰਗ ਚੱਲਦੀ ਸੀਗੀ। ਅਤੇ ਦੇਬੀ ਬਾਈ ਜੀ ਦੀ ਇੱਛਾ ਸੀ ਕਿ ਗੀਤ ਦੇ ਵਿੱਚ ਮੇਰਾ, ਜਿਵੇਂ ਬਾਬੂ ਸਿੰਘ ਮਾਨ ਸਾਹਿਬ ਦਾ ਨਾਂ ਆਉਂਦਾ, ਬਾਪੂ ਦੇਵ ਤਰੀਕੇ ਵਾਲੇ ਜੀ ਦੇ, ਦੇਵ ਜੀ ਦੇ ਨਾਲ ਤਰੀਕੇ ਬੋਲਦਾ, ਵੀ ਮੇਰੇ ਪਿੰਡ ਦਾ ਨਾਮ ਬੋਲਿਆ ਜਾਵੇ ਮਖਸੂਸਪੁਰਾ। ਤਾਂ ਉਹ ਚੀਜ਼ ਹੋਣ ਦੇ ਨਾਲ ਉਹ ਰਿਕਾਰਡਿੰਗ ਦੇ ਉੱਤੇ, ਜਦੋਂ ਰਿਕਾਰਡਿੰਗ ਹੋਣੀ ਸੀ, ਉੱਥੇ ਤਬਲਾ ਵਾਦਕ ਤਬਲੇ ਨੂੰ ਸੁਰ ਕਰ ਰਿਹਾ ਸੀ। ਉਹ ਸੱਟ ਮਾਰਦੇ ਹੁੰਦੇ, ਜੋ ਤਬਲਾ ਸੁਰ ਹੁੰਦਾ, ਉਹ ਸੱਟ ਮਾਰ ਕੇ ਸੁਰ ਕੀਤਾ ਜਾਂਦਾ। ਅਤੇ ਮਾਨਕ ਸਾਹਿਬ ਬੜੇ ਧਿਆਨ ਨਾਲ ਦੇਖ ਰਹੇ, ਕੋਲੇ ਦੇਬੀ ਬਾਈ ਜੀ ਬੈਠੇ। ਤਾਂ ਦੇਬੀ ਬਾਈ ਜੀ ਨੂੰ ਮਾਨਕ ਸਾਹਿਬ ਕਹਿਣ ਲੱਗੇ, ਕਹਿੰਦਾ ਦੇਬੀ ਆ ਕੀ ਕਰਦਾ? ਕਹਿੰਦੇ ਉਹ ਕਹਿੰਦੇ ਤਬਲਾ ਸੁਰ ਕਰਦਾ ਜੀ। ਕਹਿੰਦਾ ਬੜੀਆਂ ਸੱਟਾਂ ਮਾਰਦਾ। ਕਹਿੰਦਾ ਹਾਂ ਜੀ, ਕਿਵੇਂ ਕੁੱਟ ਰਿਹਾ? ਕਹਿੰਦਾ ਤਬਲੇ ਨੂੰ। ਕਹਿੰਦਾ ਦੇਬੀ ਧਿਆਨ ਨਾਲ ਦੇਖ ਕੀ ਹੋ ਰਿਹਾ। ਕਹਿੰਦਾ ਤਬਲੇ ਨੂੰ ਵੀ ਸੁਰ ਹੋਣ ਦੇ ਲਈ ਸੱਟਾਂ ਖਾਣੀਆਂ ਪੈ ਰਹੀਆਂ ਨੇ। ਤੂੰ ਚਾਹੁੰਦਾ ਕਿ ਮੇਰਾ ਪਹਿਲੇ ਦਿਨੇ ਪਿੰਡ ਦਾ ਨਾਮ ਬੋਲਿਆ ਜਾਵੇ ਗੀਤ ਦੇ ਵਿੱਚ। ਕਹਿਣ ਦਾ ਭਾਵ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸੰਘਰਸ਼ ਦੇ ਵਿੱਚ ਤੁਹਾਡੀ ਠਹਿਰ ਹੋਣੀ ਜ਼ਰੂਰੀ ਹੈ, ਤੁਹਾਡਾ ਸੰਘਰਸ਼ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਨੂੰ ਜਿਹੜੀ ਕਾਮਯਾਬੀ, ਉਹਦਾ ਰਸ ਵੀ ਆਊਗਾ, ਉਹਦੇ ਵਿੱਚੋਂ ਨਿੱਘ ਵੀ ਮਿਲੂਗਾ ਤੁਹਾਨੂੰ। ਕੁੱਲ ਮਿਲਾ ਕੇ ਇਹ ਗੱਲਾਂ ਨੇ ਜਿਹੜੀਆਂ ਨਹੀਂ ਭੁੱਲਦੀਆਂ ਮੈਨੂੰ। ਬਿਲਕੁਲ ਜੀ। ਮਾਨਕ ਸਾਹਿਬ ਬਾਰੇ ਅਕਸਰ ਅਸੀਂ ਜਦੋਂ ਕਿਸੇ ਇੰਟਰਵਿਊ ਤੋਂ ਬਾਅਦ ਕੋਈ ਕਮੈਂਟ ਪੜ੍ਹਦੇ ਹਾਂ, ਉਹਨਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਵੀ ਉਹ ਬੜੇ ਬੇਲਿਹਾਜ਼ ਸੀਗੇ, ਉਹ ਗੱਲ ਮੂੰਹ 'ਤੇ ਕਹਿਣ ਵਾਲੇ ਸੀ। ਮੈਂ ਉਹ ਤੁਹਾਡੀ ਗੱਲ ਵਿੱਚ ਹੈ, ਮੈਂ ਉਹ ਵੀ ਗੱਲ ਸਿੱਧੀ ਕਰਦਾ। ਉਹ ਕਾਰਨ ਇਹ ਸੀ ਕਿ ਉਹ ਇੱਦਾਂ ਦੇ ਇਨਸਾਨ ਸੀ। ਮੈਨੂੰ 3.5-4 ਸਾਲ ਨਾਲ ਬਿਤਾਉਣ ਦਾ ਜਿਹੜਾ ਵਡਭਾਗਾ ਸਮਾਂ ਮਿਲਿਆ। ਮੈਂ ਉਹਨੂੰ ਬਹੁਤ ਨੇੜੇ ਤੋਂ ਪੜ੍ਹਿਆ। ਜਦੋਂ ਕਿਤਾਬ ਲਿਖੀ, ਉਹਨਾਂ ਦੀ ਜ਼ਿੰਦਗੀ 'ਤੇ 2 ਕਿਤਾਬਾਂ ਲਿਖੀਆਂ ਮੈਂ, ਤਾਂ ਇਹ ਚੀਜ਼ ਦੇਖੀ ਕਿ ਉਹਨਾਂ ਨੂੰ ਜਿਹੜੇ ਅਜੋਕੇ ਕਲਾਕਾਰ ਕਹਿ ਲਓ, ਪੁਰਾਣੇ ਕਲਾਕਾਰ ਕਹਿ ਲਓ ਤੁਸੀਂ, ਪੁਰਾਤਨ, ਉਹਨਾਂ ਵਾਂਗੂ ਉਹਨਾਂ ਨੂੰ ਵਰਕ ਨਹੀਂ ਸੀ ਲਾਉਣਾ ਹੁੰਦਾ। ਉਹ ਜਿਹੜੀ ਗੱਲ ਕਰਨੀ ਸੀ, ਸਪਾਟ ਗੱਲ ਕਰਦੇ ਸੀ ਅਗਲੇ ਨਾਲ। ਉਹ ਚਲਾਕੀ ਨਹੀਂ ਸੀ ਵਰਤਦੇ, ਉਹ ਝੂਠ ਨਹੀਂ ਸੀ ਬੋਲਦੇ। ਅਜੋਕੇ ਕਲਾਕਾਰਾਂ ਨੂੰ ਤੁਸੀਂ, ਚਾਹੇ ਤੁਹਾਡੇ ਤਜਰਬੇ ਵੀ ਹੋਏ ਹੁੰਦੇ ਹੋਣੇ ਆ, ਸਾਂਝੇ ਹੁੰਦੇ ਹੋਣੇ, ਅਕਸਰ ਤੁਸੀਂ ਦੇਖਦੇ ਹੋਣੇ ਆ ਫੀਲਡ ਦੇ ਵਿੱਚ, ਹੋਣਗੇ ਘਰੇ ਦੱਸਣਗੇ ਸ਼ੂਟ 'ਤੇ, ਹੋਣਗੇ ਸਟੂਡੀਓ ਦੱਸਣਗੇ ਸੁੱਤੇ ਪਏ ਆ। ਮਤਲਬ ਕਹਿਣ ਦਾ ਭਾਵ ਇਹ ਹੈ, ਜੋ ਹੈਗੇ ਨੇ ਉਹ ਦਿਖਾਉਂਦੇ ਨਹੀਂ। ਉਹ ਇੱਦਾਂ ਦੇ ਇਨਸਾਨ ਸੀ, ਜੇ ਉਹਨਾਂ ਨੇ ਕਿਸੇ ਬੰਦੇ ਨੂੰ ਨਹੀਂ ਮਿਲਣਾ ਤਾਂ ਉਹਨਾਂ ਨੇ ਕਲੀਅਰ ਕੱਟ ਗੱਲ ਨਹੀਂ ਕਰਨੀ, ਮੈਂ ਨਹੀਂ ਮਿਲਦਾ। ਜੇ ਉਹਨਾਂ ਨੇ ਕਿਸੇ ਨੂੰ ਮਿਲਣਾ, ਬੰਦਾ 4 ਦੀਵਾਰੀ ਤੋਂ ਬਾਹਰ ਖੜਾ, ਜੇ ਉਹਨੂੰ ਪਛਾਣ ਲਿਆ, ਆਵਾਜ਼ ਸੁਣ ਗਈ ਉਹਨਾਂ ਨੇ ਕਹਿਣਾ ਨੌਕਰ ਨੂੰ ਜਾਂ ਸੇਵਾਦਾਰ ਨੂੰ ਆਪਦੇ ਨੂੰ, ਫਲਾਣਾ ਬੰਦਾ ਆਇਆ, ਉਹਨੂੰ ਅੰਦਰ ਲਿਆ। ਚਾਹੇ ਨੌਕਰ ਸਿਰ ਤੋੜ ਕੇ ਕਹਿ ਦੇਵੇ ਮੈਂ ਨਹੀਂ, ਉਹਨੂੰ ਆਉਣ ਨਾ ਦਿੰਦਾ ਹੋਵੇ। ਇਹ ਉਹਨਾਂ ਦਾ ਸਿੱਧਾ ਸੁਭਾਅ ਸੀ, ਬੇਬਾਕ ਸੀ, ਸਪਸ਼ਟਵਾਦੀ ਸੀ। ਇਸੇ ਕਰਕੇ ਜਿਨ੍ਹਾਂ ਨਾਲ ਉਹਨਾਂ ਦੀ ਮੁਹੱਬਤ ਹੈ, ਉਹ ਇਸ ਗੱਲ 'ਤੇ ਮੋਹਰ ਵੀ ਲਾਉਂਦੇ ਆ, ਉਹ ਇਸ ਗੱਲ 'ਤੇ ਦਾਅਵਾ ਵੀ ਜਤਾਉਂਦੇ ਆ ਕਿ ਮਾਨਕ ਸਾਹਿਬ ਵਰਗਾ ਕਲਾਕਾਰ ਹੋਣਾ, ਇਨਸਾਨ ਹੋਣਾ ਬਹੁਤ ਔਖਾ। ਇਸੇ ਕਰਕੇ ਪਹਿਲੀ ਵਾਰੀ ਜਦੋਂ ਤੁਸੀਂ ਵੀ ਗਏ ਹੈ ਨਾ, ਤੁਹਾਨੂੰ ਪੁੱਛਦੇ ਨੇ ਕਿ ਕਿਤਾਬ ਤਾਂ ਮੇਰੇ 'ਤੇ ਲਿਖਣੀ ਹੈ, ਪਹਿਲਾਂ ਆਪਣੀ ਜਨਮ ਤਰੀਕ ਦੱਸ। ਹਾਂ ਬਿਲਕੁਲ। ਪਰ ਇੱਦਾਂ ਸੀ, ਉਹਨਾਂ ਦੇ ਜਿਹੜੇ ਇਹ ਸਵਾਲ ਸੀ, ਉਹਨਾਂ 'ਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹਨਾਂ ਤੋਂ ਮੈਂ ਬਹੁਤ ਕੁਝ ਗ੍ਰਹਿਣ ਕੀਤਾ ਜ਼ਿੰਦਗੀ ਦਾ ਹੁਣ ਤੱਕ। ਸ਼ਾਇਦ ਮੈਨੂੰ ਲੱਗਦਾ ਕਿ ਇੱਕ ਥਾਂ ਤੋਂ ਬੰਦਾ ਸਿੱਖ ਕੇ ਪਾਰ ਉਤਾਰਾ ਨਹੀਂ ਹੁੰਦਾ। ਤੁਸੀਂ ਹਰ ਇੱਕ ਚੀਜ਼, ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਫਲਾਣੀ ਬੰਦੇ ਦੀ ਇੰਨੀ ਉਮਰ ਹੈ, ਇਹ ਤੋਂ ਚੀਜ਼ ਪਕੜ ਕਰਨੀ ਆ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਬੈਠਾ, ਮੇਰੇ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਮੇਰੀ ਕੋਸ਼ਿਸ਼ ਸਿਰਫ ਸਿੱਖਣਾ, ਮੇਰੀ ਲਾਲਸਾ ਸਿੱਖਣਾ, ਮੇਰੇ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਜਿਹੜੀ ਚੀਜ਼ ਮੈਨੂੰ ਜਿੱਥੋਂ ਮਿਲਦੀ ਆ, ਜਿਸ ਬੰਦੇ ਤੋਂ ਮਿਲਦੀ ਆ, ਮੈਂ ਪਕੜ ਕਰਦਾ। ਅੱਜ ਮੈਂ ਤੁਹਾਡੇ ਕੋਲ ਆ, ਖਬਰੇ ਕੀ ਸਿੱਖ ਕੇ ਜਾਊਂਗਾ। ਮੇਰੀ ਸਿੱਖਣ ਦੀ ਲਾਲਸਾ, ਮੈਨੂੰ ਭੁੱਖ ਆ ਸਿੱਖਣ ਦੀ। ਇਸ ਗੱਲੋਂ ਮੈਂ ਕਹਿੰਦਾ ਗਰੀਬ ਹਾਂ, ਹਰ ਪਲ ਮੈਂ ਸਿੱਖਦਾ। ਇਸ ਕਰਕੇ ਮਾਨਕ ਸਾਹਿਬ ਨਾਲ ਬਿਤਾਇਆ ਸਮਾਂ ਵੀ ਸਿੱਖਣ ਦਾ ਮੇਰੇ ਇੱਕ ਵਿਦਿਆਰਥੀ ਜੀਵਨ ਸੀ ਉਹ ਵੀ। ਸਰ, ਲਗਾਤਾਰ 4 ਸਾਲ ਦੀ ਮਿਹਨਤ ਤੋਂ ਬਾਅਦ ਤੁਸੀਂ ਜਿਹੜੀ ਕਿਤਾਬ
1762 ਦਾ ਵੱਡਾ ਘੱਲੂਘਾਰਾ, ਉਹਦੇ ਤੇ ਲਿਖਦੇ ਹੋ ਸ਼ਹੀਦੀ ਸਾਕਾ, ਹੈ ਨਾ, 1762 ਦਾ। ਬਹੁਤ ਮਿਹਨਤ ਤੁਸੀਂ ਇਸ ਕਿਤਾਬ ਲਈ ਕੀਤੀ। ਕਈ ਵਾਰੀ ਇਹ ਵੀ ਹੁੰਦਾ ਸੀ ਵੀ ਗੁਰਦੁਆਰਿਆਂ ਦੇ ਵਿੱਚ ਵੀ ਠਾਹਰ ਨਹੀਂ ਮਿਲੀ, ਮੁਸਲਿਮ ਪਰਿਵਾਰ ਦੇ ਵਿੱਚੋਂ ਕਹਿ ਕੇ ਵੀ ਲੋਕਾਂ ਨੇ ਭੰਡਿਆ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਉਹ ਵੀ ਪਿੱਛੇ ਹਟ ਗਏ ਇਸ ਕਿਤਾਬ ਤੋਂ। ਬਿਲਕੁਲ ਜੀ। ਮੈਨੂੰ ਲੱਗਿਆ ਕਿ ਜਦੋਂ ਤੁਸੀਂ ਮੈਨੂੰ ਇੱਕ ਆਰਟੀਕਲ ਭੇਜਿਆ, ਮੈਨੂੰ ਪਹਿਲੀ ਵਾਰੀ ਇਹ ਚੀਜ਼ ਮਹਿਸੂਸ ਹੋਈ ਕਿ ਉਹ ਪਿੰਡ ਜਿੱਥੇ ਘਟਨਾ ਵਾਪਰੀ ਮੇਰੇ ਪਿੰਡ ਦੇ ਕਿੰਨਾ ਨੇੜੇ ਆ। ਉਸ ਤੋਂ ਬਾਅਦ ਕੁਠਾਲਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿੱਥੇ 19 ਜਿਹੜੇ ਸਿੰਘ ਨੇ ਉਹਨਾਂ ਦਾ ਸੰਸਕਾਰ ਹੋਇਆ, ਉੱਥੇ ਹੱਥ ਲਿਖਤ ਬੀੜ ਆ ਜਿਹੜੀ ਬਿਰਾਜਮਾਨ ਆ, ਹੈ ਨਾ। ਬਿਲਕੁਲ ਜੀ, ਬਿਲਕੁਲ। ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀਆਂ ਵੱਡੀਆਂ ਜਿਹੜੀਆਂ ਇਤਿਹਾਸਿਕ ਚੀਜ਼ਾਂ ਨੇ, ਉਹਨਾਂ ਨੂੰ ਅਣਗੌਲਿਆਂ ਕਿਉਂ ਕੀਤਾ ਜਾਂਦਾ? ਜੇ ਕੋਈ ਅੱਗੇ ਆਉਂਦਾ ਹੈ ਆਪਣੀ ਮਿਹਨਤ ਦੇ ਸਦਕਾ ਇਹੋ ਜਿਹਾ ਇਤਿਹਾਸ ਲਿਖਦਾ ਹੈ, ਤਾਂ ਉਹਦੇ ਪ੍ਰਤੀ ਐਵੇਂ ਦਾ ਰਵੱਈਆ ਸਾਡੇ ਲੋਕਾਂ ਦੇ ਵਿੱਚ ਕਿਉਂ ਆ? ਮੈਂ ਅਸਲ 'ਚ ਇਸ ਚੀਜ਼ ਨੂੰ ਸਾਰੇ ਨੂੰ ਜਿਹੜਾ ਮੰਨੂਗਾ ਕਿ ਸਾਡੀ ਜਿਹੜੀ ਸੋਚ ਆ ਬਹੁਤ ਸੌੜੀ ਆ, ਕਿਉਂਕਿ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ, ਠੀਕ ਹੈ ਜੀ। ਉਹਦੇ ਵਿੱਚ ਕੁਝ ਵਿਅਕਤੀ ਮਾੜੇ ਹੋ ਸਕਦੇ ਆ, ਕੁਝ ਮੋਢੀ ਮਾੜੇ ਹੋ ਸਕਦੇ ਆ, ਪਰ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਤੇ ਧਰਮਾਂ ਤੋਂ ਜਿਹੜਾ ਵੱਡਾ ਤੁਹਾਡਾ ਪੱਖ ਹੈ ਉਹ ਹੈਗਾ ਇਨਸਾਨੀਅਤ, ਕਿਉਂਕਿ ਕੁਝ ਵੀ ਹੋਣ ਤੋਂ ਪਹਿਲਾਂ ਬੰਦਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਮੈਂ ਪਿੰਡਾਂ 'ਚ ਵਿਚਰਿਆ, ਉਹ ਸਥਾਨ ਦੇਖੇ, ਲੋਕਾਂ ਨੂੰ ਜਦੋਂ ਮੈਂ ਗੱਲ ਕਰਨੀ, ਤਾਂ ਬਹੁਤ ਲੋਕ ਕਹਿੰਦੇ ਹੁੰਦੇ ਸੀ ਕਿ ਯਾਰ ਤੂੰ ਸਿੱਖ ਮੁਸਲਮਾਨ ਹੋ ਕੇ ਸਿੱਖਾਂ ਲਈ ਕੀ ਲਿਖਦਾ, ਤੇਰੇ ਲਈ ਸਿੱਖ ਕੀ ਕਰਨਗੇ। ਜਦੋਂ ਇਸ ਚੀਜ਼ ਦਾ ਕੁਝ ਹੋਰ ਮੁਸਲਮਾਨ ਪਰਿਵਾਰ ਸੀ, ਉਹਨਾਂ ਨੇ ਵੀ ਗਿਲਾ ਜਤਾਇਆ ਇਸ ਚੀਜ਼ ਦਾ। ਉਹਨਾਂ ਦਾ ਵੀ ਇਹ ਹੁੰਦਾ ਸੀ ਯਾਰ ਤੂੰ ਮੁਸਲਮਾਨ ਹੋ ਕੇ ਸਿੱਖਾਂ ਲਈ ਲਿਖਦਾ, ਕਿਉਂ ਕਮਲੀਆਂ ਮਾਰਦਾ, ਹੈ ਨਾ। ਜੇ ਤੂੰ ਲਿਖਣਾ ਇਸਲਾਮ ਬਾਰੇ ਲਿਖ, ਜਾਂ ਸਮਾਜਿਕ ਦੇ ਹੋਰ ਬੜੇ ਪੱਖ ਨੇ। ਪਰ ਮੈਨੂੰ ਲੱਗਦਾ ਕਿ ਯਾਰ ਕੁਝ ਵੀ ਹੋਣ ਤੋਂ ਪਹਿਲਾਂ ਇਨਸਾਨੀਅਤ ਜ਼ਰੂਰੀ ਹੈ। ਤੁਹਾਡੇ ਅੰਦਰ ਇਨਸਾਨ ਜਿਹੜਾ ਹੈਗਾ ਜਿਉਂਦਾ ਹੋਣਾ ਚਾਹੀਦਾ, ਤੁਹਾਡਾ ਜ਼ਮੀਰ ਜਿਉਂਦਾ ਹੋਣਾ ਚਾਹੀਦਾ, ਠੀਕ ਹੈ ਜੀ। ਸੋ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੀ ਮੈਂ ਵੱਡਾ ਘੱਲੂਘਾਰਾ ਲਿਖਿਆ, ਉਹ ਜਿਹੜਾ ਕਿ ਨੀਰਾਪੁਰਾ ਅਹਿਮਦ ਸ਼ਾਹ ਅਬਦਾਲੀ ਜੀ, ਉਹਨਾਂ ਅਬਦਾਲੀ ਵੱਲੋਂ ਜਿਹੜਾ 6ਵਾਂ ਹਮਲਾ ਸੀ, ਜਿਹਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ, ਉਹਦੇ 'ਤੇ ਆਧਾਰਿਤ ਸੀ ਸਾਰੀ ਕਿਤਾਬ। ਉਹ ਮੈਂ 31-32 ਜਿਹੜੇ ਪਿੰਡ ਆਉਂਦੇ ਸੀ ਉਹ ਪਿੰਡ ਦੇਖੇ, ਉਹਨਾਂ ਪਿੰਡਾਂ ਦੇ ਵਿੱਚ ਗੁਜ਼ਰਿਆ, ਜਿਹੜੀਆਂ ਢਾਬਾਂ 'ਤੇ ਉਹਨਾਂ ਸਮਿਆਂ ਦੇ ਵਿੱਚ ਸਿੰਘਾਂ ਨੇ ਜਲ ਛਕਿਆ। ਸ਼ਾਇਦ ਸਰੋਤੇ ਬਹੁਤ ਘੱਟ ਜਾਣਦੇ ਆ ਕਿ ਇਸ ਸਾਕੇ ਦੇ ਵਿੱਚ 35,000 ਸਿੰਘ ਸਿੰਘਣੀਆਂ, ਬਜ਼ੁਰਗ, ਮਾਤਾਵਾਂ, ਭੈਣਾਂ ਜਿਹੜੀਆਂ ਕਿ ਸ਼ਹੀਦ ਹੋਈਆਂ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਉਦੋਂ ਸਿੱਖ ਕੌਮ ਨੂੰ ਬਿਲਕੁਲ ਮੁਕਾ ਦੇਣਾ ਚਾਹੁੰਦਾ ਸੀ। ਉਹਦੀ ਵਿੱਚ ਸੋਚ ਇਹ ਸੀ ਕਿ ਸਿੱਖ ਬਿਲਕੁਲ ਖਤਮ ਹੋ ਜਾਣ, ਉਹ ਚੀਜ਼ 'ਤੇ ਕੰਮ ਕਰ ਰਿਹਾ ਸੀ ਉਹ। ਜੇ ਮੈਂ ਇਨਸਾਨ ਆ, ਜੇ ਮੇਰੇ ਅੰਦਰ ਕਿਤੇ ਨਾ ਕਿਤੇ ਇਨਸਾਨੀਅਤ ਜਿਉਂਦੀ ਆ, ਤਾਂ ਫਿਰ ਮੇਰਾ ਨਿਰਪੱਖ ਹੋ ਕੇ ਲਿਖਣਾ ਫਰਜ਼ ਹੈ। ਜੇ ਮੇਰੇ ਮਨ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਕਿ ਮੈਂ ਸੱਚ ਨੂੰ ਸੱਚ ਨਹੀਂ ਕਹਿ ਸਕਦਾ, ਮੈਂ ਝੂਠ ਨੂੰ ਝੂਠ ਨਹੀਂ ਕਹਿ ਸਕਦਾ, ਮੈਨੂੰ ਲੱਗਦਾ ਕਿ ਮੈਨੂੰ ਕਲਮ ਛੱਡ ਦੇਣੀ ਚਾਹੀਦੀ ਆ, ਮੈਨੂੰ ਲਿਖਣਾ ਬੰਦ ਕਰ ਦੇਣਾ ਚਾਹੀਦਾ ਉਸ ਦਿਨ। ਕਿਉਂਕਿ ਜੇ ਤੁਹਾਨੂੰ ਰੱਬ ਨੇ ਕਲਮ ਦਿੱਤੀ ਆ, ਕਿਉਂਕਿ ਕੁਦਰਤ ਨੇ, ਰੱਬ ਨੇ ਐਡੀ ਕੁਦਰਤ ਸਾਜੀ ਆ, ਇੰਨੀ ਦੁਨੀਆ ਸਾਜੀ ਆ, ਤੇ 94 ਬੰਦਿਆਂ ਨੂੰ ਰੱਬ ਨੇ ਕਲਮ ਦਿੱਤੀ ਆ, ਤੇ ਉਹਨਾਂ 'ਚੋਂ ਉਹ ਵੀ 94 ਨੇ ਜਿਹੜੇ ਲੋਕ ਲਿਖਦੇ ਬਹੁਤ ਨੇ, ਪਰ ਸਫਲਤਾ ਦੀ ਪੌੜੀ ਦੇ ਉੱਤੇ ਬਹੁਤ ਘੱਟ ਬੰਦੇ ਨੇ। ਤੇ ਰੱਬ ਨੇ ਜੇ ਸਾਨੂੰ ਇਹ ਬਖਸ਼ਿਸ਼ ਕੀਤੀ ਆ ਸਾਡੇ ਤੇ, ਸਾਡਾ ਫਰਜ਼ ਬਣਦਾ ਕਿ ਇਮਾਨਦਾਰੀ ਦੇ ਨਾਲ, ਪੂਰੀ ਇਨਸਾਨੀਅਤ ਦੇ ਨਾਲ ਆਪਦਾ ਫਰਜ਼ ਅਦਾ ਕਰੀਏ ਜੀ। ਕਿਤੇ ਨਾ ਕਿਤੇ ਤੁਹਾਡੇ ਅੰਦਰ ਇਹ ਵੀ ਚੀਜ਼ ਜਿਹੜੀ ਦੁਖਦੀ ਸੀਗੀ ਕਿ ਇਤਿਹਾਸਿਕ ਤੌਰ 'ਤੇ ਜਦੋਂ ਵੀ ਅਸੀਂ ਦੇਖਦੇ ਹਾਂ, ਹਮੇਸ਼ਾ ਮੁਸਲਿਮ ਭਾਈਚਾਰਾ ਹੈ ਜਾਂ ਜਿਹੜਾ ਸਿੱਖ ਭਾਈਚਾਰਾ, ਉਹਨੂੰ ਵਿਰੋਧੀ ਦਿਖਾਇਆ ਜਾਂਦਾ, ਹੈ ਨਾ। ਬਿਲਕੁਲ ਇਸੇ ਪੀੜ 'ਚੋਂ ਤੁਸੀਂ ਜਦੋਂ ਬਾਅਦ ਕਿਤਾਬ ਲਿਖਦੇ ਹੋ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ, ਉਹਦੇ ਵਿੱਚ ਬਹੁਤ ਸਾਰੇ ਉਹਨਾਂ ਅਣਗੌਲੇ ਪਾਤਰਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਵੇਂ ਬਹਾਦਰਗੜ੍ਹ ਨੂੰ ਵਸਾਉਣ ਵਾਲੇ ਜਿਹੜੇ ਸੈਫੂਦੀਨ ਜੀ ਸੀਗੇ, ਫਿਰ ਉਸ ਤੋਂ ਬਾਅਦ ਕਾਜ਼ੀ ਮੁਹੰਮਦ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ, ਜਿਨ੍ਹਾਂ ਨੇ ਬਿਲਕੁਲ, ਤੇ ਇਹੋ ਜਿਹੇ ਤਕਰੀਬਨ 80 ਪਾਤਰਾਂ ਦੀ ਤੁਸੀਂ ਗੱਲ ਇਸ ਕਿਤਾਬ ਦੇ ਵਿੱਚ ਕਰ ਰਹੇ ਹੋ। ਬਿਲਕੁਲ ਮੈਂ ਚਾਹੁੰਦੀ ਹਾਂ ਕਿ ਹੋਰ ਕਿਹੜੇ ਇਹੋ ਜਿਹੇ ਪਾਤਰ ਨੇ, ਪੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਉਹਨਾਂ ਬਾਰੇ ਅਸੀਂ ਸੁਣਦੇ ਰਹਿੰਦੇ ਹਾਂ ਸਾਖੀਆਂ, ਜਿਹੜੇ ਪਾਤਰਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਤਿਹਾਸ ਨੇ ਹਾਲੇ ਤੱਕ ਬਿਲਕੁਲ ਨਹੀਂ ਚੁੱਕਿਆ, ਜਿਨ੍ਹਾਂ ਦੀ ਸਿੱਖ ਧਰਮ ਦੇ ਲਈ ਬਹੁਤ ਵੱਡੀ ਦੇਣ ਸੀ? ਮੈਂ ਤੁਹਾਨੂੰ ਦੱਸਦਾ, ਅਸਲ ਦੇ ਵਿੱਚ ਜਿਹੜੀ ਇਹ ਕਿਤਾਬ ਹੈ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ, ਇਸ ਕਿਤਾਬ ਦਾ ਜਿਹੜਾ ਜਨਮ ਹੁੰਦਾ ਉਹ ਘੱਲੂਘਾਰੇ ਦੇ ਵਿੱਚ ਦੀ ਹੁੰਦਾ। ਹਾਂਜੀ, ਵਿੱਚ ਦੀ ਹੋਣ ਦਾ ਭਾਵ ਇਹ ਹੈ ਕਿ ਜਦੋਂ ਮੈਨੂੰ ਲੋਕਾਂ ਨੇ ਸਵਾਲ ਕੀਤਾ, ਚਾਹੇ ਉਹ ਸਿੱਖ ਪਰਿਵਾਰ ਸੀ ਜਾਂ ਚਾਹੇ ਮੁਸਲਮਾਨ ਪਰਿਵਾਰ ਸੀ, ਭਾਵੇਂ ਦੂਜਾ ਤੀਜਾ ਕੋਈ ਵੀ ਸੀਗਾ,
ਜਿਸ ਬੰਦੇ ਨੇ ਮੈਨੂੰ ਸਵਾਲ ਕੀਤਾ ਉਸ ਸਵਾਲ ਦਾ ਹੱਲ ਸੀ ਮੇਰੇ ਕੋਲੇ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ। ਤੁਸੀਂ ਢਾਡੀਆਂ ਨੂੰ ਸੁਣ ਲਓ, ਤੁਸੀਂ ਪੇਂਟਰਾਂ ਨੂੰ ਦੇਖ ਲਓ, ਠੀਕ ਹੈ ਜੀ। ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਢਾਂਚਾ ਸਿਰਜ ਲਿਆ ਜਿਹਦੇ ਵਿੱਚ ਸਿੱਖ ਤੇ ਮੁਸਲਮਾਨ ਵਿਰੋਧੀ ਧਿਰ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਆ। ਤੁਸੀਂ ਪੇਂਟਿੰਗਾਂ ਸੁਣ ਲਓ, ਦੇਖ ਲਓ ਸਾਰੀ, ਉਹ ਗੱਲ ਇੱਕ ਪੱਖ ਦਿਖਾਉਂਦੇ ਆ, ਪਰ ਜਿਹੜਾ ਸਿੱਕੇ ਦਾ ਦੂਜਾ ਪਾਸਾ ਸਾਡਾ ਉਹ ਲੋਕਾਂ ਦੀ ਨਜ਼ਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੁਣ ਤੱਕ। ਤੇ ਉਸੇ ਸਵਾਲ ਨੂੰ ਹੱਲ ਕਰਨ ਦੇ ਲਈ ਮੈਂ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਦੇ ਉੱਤੇ ਕੰਮ ਕੀਤਾ, ਜਿਹਦੇ ਲਈ ਮੈਨੂੰ ਲਗਭਗ 4-4.5 ਸਾਲ ਜਿਹੜਾ ਸੀ ਸਮਾਂ ਲੱਗਿਆ। ਤੇ ਇਸ ਕਿਤਾਬ ਦੇ ਵਿੱਚ ਮੈਂ ਕਰੀਬ 80 ਦੇ ਜਿਹੜੀਆਂ ਕਰੀਬ ਸ਼ਖਸੀਅਤਾਂ ਸਾਡੀਆਂ ਹੋਈਆਂ ਨੇ, ਜਿਵੇਂ ਕਿ ਮਾਈ ਦੌਲਤਾਂ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੰਨੇ ਵੀ ਮੁਸਲਮਾਨ ਵੱਖੋ ਵੱਖਰੀਆਂ ਪਾਤਸ਼ਾਹੀਆਂ, ਜਿਵੇਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਜੁੜੀਆਂ ਰਹੀਆਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਵੇਂ ਸਾਂਝ ਬਣੀ ਉਹਨਾਂ ਦੀ, ਕਿਵੇਂ ਉਹ ਇੱਕ ਦੂਜੇ ਨਾਲ ਪੂਰਕ ਹੋ ਕੇ ਤੁਰੇ, ਉਹਨਾਂ ਸ਼ਖਸੀਅਤਾਂ ਨੂੰ ਇਸ ਕਿਤਾਬ ਦੇ ਵਿੱਚ ਇਤਿਹਾਸਕ ਤੱਥਾਂ ਦੇ ਆਧਾਰ ਦੇ ਉੱਤੇ ਸਮੇਟ ਕੇ ਕਿਤਾਬ 'ਚ ਲੈ ਕੇ ਆਇਆ। ਮੈਨੂੰ ਇਹਦੇ ਦਿਮਾਗ ਦੇ ਵਿੱਚ ਗੱਲ ਸਵਾਲ ਸੀ ਜਿਹੜਾ ਮੈਂ ਹੱਲ ਕਰਨਾ ਚਾਹੁੰਦਾ ਸੀ ਕਿ ਜਿਹੜੇ ਲੋਕ ਸਾਨੂੰ ਸਵਾਲ ਕਰਦੇ ਆ, ਜਿਹੜੇ ਸਿੱਕੇ ਦਾ ਇੱਕ ਪਾਸਾ ਦਿਖਾਉਂਦੇ ਆ, ਉਹਨਾਂ ਦੀ ਦਿਮਾਗ ਨੂੰ ਥੋੜ੍ਹਾ ਜਿਹਾ ਖੋਲ੍ਹਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਇਤਿਹਾਸ ਪੜ੍ਹਨ ਦੀ ਲੋੜ ਹੈ, ਉਹਨਾਂ ਨੂੰ ਦੇਖਣ ਦੀ ਲੋੜ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਸਤਾਦ ਸੀ ਕਾਜੀ ਕੁਤਬਦੀਨ ਸੀ, ਉਸਤਾਦ ਹੋਣਾ ਇਹ ਨਹੀਂ ਹੋਣਾ ਕਿ ਉਹਨਾਂ ਦੇ ਰੱਬ ਬਣ ਗਏ। ਬਿਲਕੁਲ ਉਸਤਾਦ ਦਾ ਗ੍ਰਹਿਣ, ਗੁਰੂ ਗ੍ਰਹਿਣ ਕਰਨਾ ਜਾਂ ਗੁਰੂ ਤੋਂ ਸਿੱਖਿਆ ਲੈਣੀ, ਕਿਉਂਕਿ ਜਿਹੜੇ ਵਿਦਵਾਨ ਬੰਦੇ ਹੁੰਦੇ ਆ ਉਹ ਹਰ ਇੱਕ ਬੰਦੇ ਤੋਂ ਸਿੱਖਦੇ ਆ। ਗੁਰੂ ਨਾਨਕ ਦੇਵ ਜੀ ਦੀ ਦਾਈ ਦਾ ਵੀ ਤੁਸੀਂ ਜ਼ਿਕਰ ਕਰਦੇ ਹੋ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਦਾਈ ਸੀ ਮਾਈ ਦੌਲਤਾਂ ਜੀ ਸੀ, ਸ਼ਾਇਦ ਤੁਸੀਂ ਨਹੀਂ ਜਾਣਦੇ ਹੋਣੇ। ਮਾਈ ਦੌਲਤਾਂ ਜੀ ਆਪਣਾ ਭਾਈ ਮਰਦਾਨਾ ਜੀ ਤੋਂ 10 ਸਾਲ ਵੱਡੇ ਸੀ ਤੇ ਰਿਸ਼ਤੇ ਦੇ ਵਿੱਚ ਤਾਏ ਦੀ ਬੇਟੀ ਸੀ ਮਾਈ ਦੌਲਤਾਂ ਜੀ ਉਹਨਾਂ ਦੇ। ਸੋ ਉਹ ਮੀਰ ਆਲਮ ਘਰਾਣੇ ਨੂੰ ਸੰਬੰਧ ਰੱਖਦੇ ਸੀ, ਗੁਰੂ ਸਾਹਿਬ ਉੱਚ ਜਾਤੀ ਨਾਲ ਸੰਬੰਧਿਤ ਸੀਗੇ, ਜੋ ਲੋਕ ਮੰਨਦੇ ਆ, ਜੋ ਕਹਿੰਦੇ ਆ। ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਵਾਕਿਆ ਸਾਂਝਾ ਕਰਦਾ। ਜਦੋਂ ਬਾਲ ਅਵਸਥਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਜੀ ਕੋਲੇ ਗਏ, ਖੀਰ ਬਣੀ ਸੀ ਉਹਨਾਂ ਦੇ ਘਰੇ, ਸੇਮੀਆਂ ਸੀਗੀਆਂ, ਉਹਨਾਂ ਨੇ ਜਾ ਕੇ ਮਾਈ ਦੌਲਤਾਂ ਜੀ ਤੋਂ ਮੰਗੀਆਂ। ਤਾਂ ਮਾਈ ਦੌਲਤਾਂ ਜੀ ਨੇ ਕਿਹਾ ਸੀ ਕਿ ਤੁਸੀਂ ਉੱਚ ਜਾਤੀ ਦਾ ਹੈ ਤੂੰ ਨਾਨਕ, ਮੈਂ ਤੈਨੂੰ ਖੀਰ ਨਹੀਂ ਦੇਣੀ, ਨਾ ਕੀਤੀ ਸੀ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤਰਕ ਵਿਚਾਰਾਂ ਦੇ ਨਾਲ ਮਾਤਾ ਦੌਲਤਾਂ ਨੂੰ ਇਸ ਗੱਲ ਨਾਲ ਸਿੱਧ ਕੀਤਾ ਸੀ ਤੇ ਮਾਈ ਦੌਲਤਾਂ ਜੀ ਤੋਂ ਸੇਮੀਆਂ ਖਾਧੀਆਂ ਸੀ। ਹਾਂਜੀ, ਦੇਖੋ ਜੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਿਸੇ ਜਾਤ ਨੂੰ ਲੈ ਕੇ, ਕਿਸੇ ਧਰਮ ਨੂੰ ਲੈ ਕੇ ਵੈਰ ਵਿਰੋਧ ਹੁੰਦਾ, ਫਿਰ ਕਿਉਂ ਇਦਾਂ ਦੀਆਂ ਗੱਲਾਂ ਕਰਦੇ, ਕਿਉਂ ਨੇੜੇ ਕਰਨ ਦੀ ਕੋਸ਼ਿਸ਼ ਕਰਦੇ, ਕਿਉਂ? ਤੁਸੀਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਦੇ ਆ, ਜਦੋਂ ਆਪਾਂ ਉਹਨਾਂ ਦੀ 5000 ਜਿਹੜੇ ਸਿਪਾਹੀ ਮੁਸਲਮਾਨ ਸੀ ਉਹਨਾਂ ਦੇ ਨਾਲ, ਤੇ ਜਦੋਂ ਸਰਹੰਦ ਫਤਿਹ ਕੀਤੀ ਗਈ, ਉਸ ਮੌਕੇ ਦੇ ਉੱਤੇ ਜਿਹੜਾ ਮੁਸਲਮਾਨਾਂ ਦਾ ਪਾਕਿਸਤਾਨ ਰੌਜ਼ਾ ਸ਼ਰੀਫ ਹੈ, ਉਸ ਸਰਹੰਦ ਫਤਿਹ ਕਰਨ ਤੋਂ ਬਾਅਦ ਰੌਜ਼ਾ ਸ਼ਰੀਫ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਗਿਆ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਕਿਸੇ ਤਰ੍ਹਾਂ ਦੀ ਕੋਈ ਘਟਨਾਕ੍ਰਮ ਨਹੀਂ ਘਟਿਆ। ਜੇ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਮੁਸਲਮਾਨ ਖਤਮ ਕਰਨੇ ਆ, ਕਿਉਂਕਿ ਜਿਹੜੀ ਉਹ ਲੜਾਈ ਸੀ ਨਾ ਤਾਂ ਉਹ ਮੁਸਲਮਾਨਾਂ ਦੇ ਨਾਲ ਸੀ ਤੇ ਨਾ ਇਸਲਾਮ ਨਾਲ ਸੀ, ਉਹ ਲੜਾਈ ਸੀ ਮੁਗਲਾਂ ਦੇ ਨਾਲ। ਪਹਿਲੀ ਲੜਾਈ ਮੁਗਲਾਂ ਦੇ ਨਾਲ ਸੀ, ਦੂਜੀ ਵਿਚਾਰਧਾਰਕ ਲੜਾਈ ਸੀ ਸਾਡੀ, ਸੱਚ ਤੇ ਝੂਠ ਦੀ ਕਹਿ ਸਕਦੇ ਆ, ਜ਼ੁਲਮ ਦੀ ਲੜਾਈ ਸੀ, ਜਿਹਦੇ ਵਿਰੁੱਧ ਸਿੱਖ ਜਿਹੜੇ ਸੂਰਵੀਰ ਹੋਏ ਆ ਉਹਨਾਂ ਨੇ ਆਡਾ ਲਿਆ ਛਾਤੀ ਤਾਣੀ ਜੀ। ਪਰ ਜਦੋਂ ਇਸੇ ਕਿਤਾਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀਆਂ ਧਰਮ ਪ੍ਰਚਾਰ ਸਾਡੀ ਕਮੇਟੀ ਆ, ਪਹਿਲਾਂ ਉਹ ਖਰੀਦਣ ਦੀ ਵੀ ਹਾਮੀ ਨਹੀਂ ਭਰਦੇ, ਹੈ ਨਾ ਜੀ। ਉਸ ਤੋਂ ਬਾਅਦ ਇਸ ਕਿਤਾਬ ਨੂੰ ਮੈਂ ਇੱਕ ਆਰਟੀਕਲ ਤੁਹਾਡਾ ਪੜ੍ਹਿਆ ਕਿ ਕਮੇਟੀ ਹੈ ਜਿਹੜੀ ਖਰੀਦਣ ਲਈ ਹਾਮੀ ਭਰਦੀ ਹੈ। ਮੈਂ ਦੱਸਦਾ ਤੁਹਾਨੂੰ, ਜਿਹੜਾ ਕਿ ਵੱਡਾ ਘੱਲੂਘਾਰਾ ਸੀ 1762 ਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਹੈ, ਠੀਕ ਹੈ ਜੀ। ਤੇ ਜਿਹੜੀ ਇਹ ਕਿਤਾਬ ਹੈ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ, ਪੰਜਾਬੀ ਦੇ ਵਿੱਚ ਬਹੁਤ 94 ਕਿਤਾਬਾਂ ਹੁੰਦੀਆਂ ਨੇ ਜਿਹੜੀਆਂ 1000 ਤੱਕ ਜਾਂਦੀਆਂ ਨੇ ਗਿਣਤੀ ਦੀਆਂ। ਹਾਂਜੀ, ਤੁਸੀਂ ਯਕੀਨ ਜਾਣਿਓ, ਅਸੀਂ ਪਹਿਲੇ ਦਫਾ ਇਹ ਕਿਤਾਬ ਦੇ 10,000 ਕਾਪੀ ਛਪੀ, ਜਿਹੜੀ ਕਿ ਅਸੀਂ ਬਿਲਕੁਲ ਫ੍ਰੀ ਵੰਡੀ। ਉਸ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਸੰਸਥਾਵਾਂ, ਦਮਦਮੀ ਟਕਸਾਲ ਦੀ ਗੱਲ ਕਰ ਲਓ ਤੁਸੀਂ, ਆਸਟ੍ਰੇਲੀਆ ਪ੍ਰੈਸ ਕਲੱਬ ਦੀ ਗੱਲ ਕਰ ਲਓ, ਅਮਰੀਕਾ ਤੋਂ ਬਾਈ ਮਨਜੀਤ ਸਿੰਘ ਸੰਧਰ ਉਹਨਾਂ ਨੇ ਛਾਪੀ, ਸੰਤ ਜਗਜੀਤ ਸਿੰਘ ਲੋਪੋਂ ਜੀ ਹੋ ਗਏ। ਇਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਸੰਸਥਾਵਾਂ ਨੇ, ਵਿਦੇਸ਼ਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ, ਉਹ ਇਸ ਕਿਤਾਬ ਨੂੰ ਛਾਪ ਕੇ ਵੰਡ ਰਹੀਆਂ ਨੇ। ਅਗਰ ਉਹਨਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਚੰਗਾ ਨਜ਼ਰ ਆਇਆ, ਜਾਂ ਉਹ ਮੇਰੇ ਵਰਗੀ ਸੋਚ ਰੱਖਦੇ ਨੇ, ਸਾਡੇ ਵਰਗੀ ਵਿਚਾਰਧਾਰਾ ਰੱਖਦੇ ਨੇ ਕਿ ਸਮਾਜ ਇੱਕ ਹੋ ਜੇ, ਸਮਾਜ 'ਚ ਠੰਡਕ ਵਰਤੇ,
ਉਹ ਇਸ ਲਈ ਸਰਗਰਮ ਨੇ ਨਾ, ਕਿਉਂਕਿ ਜਦੋਂ ਤੁਸੀਂ ਚੰਗਾ ਕੰਮ ਕਰੋਗੇ, ਨਿਰਸਵਾਰਥ ਹੋ ਕੇ ਕਰੋਗੇ ਤਾਂ ਤੁਹਾਨੂੰ ਲੋਕ ਸਾਥ ਵੀ ਦੇਣਗੇ, ਸਮਰਥਨ ਦੇਣਗੇ। ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿੱਖ ਇਤਿਹਾਸ ਲਈ ਕੰਮ ਕਰਨ ਦੇ ਬਦਲੇ ਮੈਂ ਅੱਜ ਤੱਕ ਨਾ 10 ਪੈਸੇ ਕਿਸੇ ਤੋਂ ਲਏ ਤੇ ਨਾ ਮੈਨੂੰ ਆਸ ਹੈ ਤੇ ਇਹ ਕਦੇ ਲਾਲਸਾ ਨਹੀਂ ਰੱਖੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਲਈ ਕੀ ਕਰੂਗੀ, ਫਲਾਣੀ ਸੰਸਥਾ ਮੇਰੇ ਲਈ ਕੀ ਕਰੂਗੀ। ਇਹ ਮੇਰਾ ਫਰਜ਼ ਹੈ ਜੋ ਮੈਂ ਅਦਾ ਕਰ ਰਿਹਾ। ਮੈਂ ਦੇਖਣਾ ਚਾਹੁੰਦਾ ਸਮਾਜ ਦੇ ਵਿੱਚ ਕਿ ਅਸੀਂ ਇੱਕ ਸੁਰ ਹੋ ਜੇ, ਇੱਕ ਤਾਲ ਹੋ ਜੇ ਸਾਡੀ। ਮੈਂ ਬਸ ਵੈਸੇ ਮੇਰੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਚੁੱਭ ਰਹੀ ਸੀ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਪ੍ਰਮਾਣਿਤ ਇਤਿਹਾਸ ਆ ਉਹ ਲਿਖਿਆ ਨਹੀਂ ਜਾ ਰਿਹਾ, ਕਿਉਂਕਿ ਇਹ ਬਹੁਤ ਮਿਹਨਤ ਦਾ ਕੰਮ ਹੁੰਦਾ, ਬਹੁਤ ਸਰਚ ਦਾ ਕੰਮ ਹੁੰਦਾ ਨਾ। ਤੇ ਦੂਜੇ ਪਾਸੇ ਜਦੋਂ ਕੋਈ ਇਹ ਉਦਮ ਕਰ ਰਿਹਾ ਤਾਂ ਅਸੀਂ ਉਹਨੂੰ ਇਸ ਤਰੀਕੇ ਨਾਲ ਸਿਰਿਓਂ ਹੀ ਨਕਾਰ ਦਿੰਦੇ ਹਾਂ। ਜਦ ਕਿ ਜੇ ਮੈਂ ਆਮ ਪਾਠਕ ਦੇ ਤੌਰ 'ਤੇ ਵੀ ਦੇਖਣਾ ਚਾਹਾਂ ਤਾਂ ਮੈਨੂੰ ਇਹ ਉਮੀਦ ਸੀ ਕਿ ਸ਼ਾਇਦ ਇਸ ਦੇ ਬਦਲੇ ਤੁਹਾਨੂੰ ਬਹੁਤ ਵੱਡੇ ਸਨਮਾਨ ਵੀ ਦਿੱਤੇ ਗਏ ਹੋਣਗੇ ਜਾਂ ਕੋਈ ਮਾਲੀ ਤੌਰ 'ਤੇ ਵੀ ਤੁਹਾਡੀ ਮਦਦ ਕੀਤੀ ਗਈ ਹੋਏਗੀ ਕਿ ਹਾਂ ਅੱਗੋਂ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਧਰਮ ਬਾਰੇ ਜਾਂ ਇਤਿਹਾਸ ਬਾਰੇ ਤੁਸੀਂ ਇਸ ਤਰੀਕੇ ਦਾ ਕੰਮ ਕਰੋ। ਦੇਖੋ ਜੀ, ਗੱਲ ਇੱਦਾਂ ਕਹਿ ਕੇ ਨਾ ਤਾਂ ਸਨਮਾਨ ਕਰਵਾਏ ਜਾ ਸਕਦੇ ਆ ਤੇ ਨਾ ਉਹ ਤੁਹਾਨੂੰ ਵਫਾ ਕਰਨ। ਹਾਂਜੀ, ਕਿਉਂਕਿ ਮੇਰੀ ਜਿਹੜੀ ਇੱਛਾ ਸਿਰਫ ਦੇਖੋ ਰੋਜ਼ੀ ਰੋਟੀ ਲਈ ਮੇਰੇ ਕੋਲ ਰੁਜ਼ਗਾਰ ਹੈਗਾ, ਠੀਕ ਹੈ ਜੀ। ਹਾਂਜੀ, ਜਦੋਂ ਅਸੀਂ ਕਿਉਂਕਿ ਕਿਤਾਬ ਫ੍ਰੀ ਵੰਡਣ ਦਾ ਕਾਰਨ ਮੈਂ ਦੱਸ ਦੇਵਾਂ, ਫ੍ਰੀ ਵੰਡਣ ਦਾ ਕਾਰਨ ਇਹ ਸੀ ਕਿ ਕਿਤਾਬ ਨੂੰ ਸੰਗਤ ਦੇ ਸਹਿਯੋਗ ਨਾਲ ਛਾਪਿਆ ਗਿਆ ਸੀ, ਜਿਹਦੇ ਵਿੱਚ ਬਹੁਤ ਸਾਡੇ ਨਾਲ ਅੱਜ PCS IPS IAS ਆਫੀਸਰ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਆ, ਜਿਨ੍ਹਾਂ ਕਰਕੇ ਮੈਂ ਖੜਿਆ। ਚਾਹੇ ਇਕਬਾਲ ਸਿੰਘ ਗਿੱਲ ਸਾਹਿਬ ਦੀ ਗੱਲ ਕਰ ਲਓ, ਤੁਸੀਂ AS ਰਾਏ ਸਾਹਿਬ ਦੀ ਗੱਲ ਕਰ ਲਓ, ਅਵਤਾਰ ਸਿੰਘ ਸ਼ੇਰਗਿੱਲ ਉਹਨਾਂ ਦੀ ਗੱਲ ਕਰ ਲਓ, ਆਸਟ੍ਰੇਲੀਆ ਪ੍ਰੈਸ ਕਲੱਬ ਦੀ ਗੱਲ ਕਰ ਲਓ, ਰਾਣਾ ਰਖੜਾ ਜੀ ਉਹਨਾਂ ਦੀ ਗੱਲ ਕਰ ਲਓ, ਗੁਰਪ੍ਰੀਤ ਤੂਰ ਸਾਹਿਬ ਦੀ ਗੱਲ ਕਰ ਲਓ, ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਜ਼ਮੀਰ ਜਾਗਦਾ ਨਾ, ਜੋ ਤੁਸੀਂ ਕੰਮ ਕਰੋਗੇ ਤੁਹਾਡੇ ਨਾਲ ਤੁਰ ਪੈਣਾ ਉਹਨਾਂ ਲੋਕਾਂ ਨੇ। ਜੇ ਤੁਸੀਂ ਇਹ ਲਾਲਸਾ ਰੱਖ ਕੇ ਕਰਦੇ ਹੋ ਕਿ ਮੇਰੇ ਲਈ ਫਲਾਣਾ ਬੰਦਾ ਕੀ ਕਰੂਗਾ, ਉਦੋਂ ਤੁਸੀਂ ਟੁੱਟ ਜਾਂਦੇ ਹੋ, ਖਿੱਲਰ ਜਾਂਦੇ ਹੋ, ਜਦੋਂ ਉਹ ਬੰਦਾ ਉਸ ਚੀਜ਼ ਤੇ ਖਰਾ ਨਹੀਂ ਉਤਰਦਾ। ਬਿਲਕੁਲ। ਜੇ ਮੈਂ ਇਹ ਲਾਲਸਾ ਰੱਖ ਕੇ ਲਿਖਿਆ ਹੁੰਦਾ ਘੱਲੂ ਘਰ ਕਿ ਮੇਰੇ ਲਈ ਫਲਾਣਾ ਬੰਦਾ ਇਹ ਕਰੂਗਾ, ਮੈਂ ਹੈ ਨਾ, ਕਿਉਂਕਿ ਕਰਨਾ ਤਾਂ ਕਿਸੇ ਨੇ ਕੁਛ ਨਹੀਂ ਇੱਥੇ। ਜੇ ਤੁਸੀਂ ਆਸਾ ਰੱਖੋਗੇ ਲੋਕਾਂ ਨੇ ਖਰੇ ਨਹੀਂ ਉਤਰਨਾ, ਤੁਸੀਂ ਟੁੱਟ ਜਾਣਾ। ਇਸ ਕਰਕੇ ਤੁਸੀਂ ਆਪਦਾ ਫਰਜ਼ ਅਦਾ ਕਰਦੇ ਰਹੋ, ਆਪਦੀ ਭੂਮਿਕਾ ਸਹੀ ਨਿਭਾਓ ਤੇ ਦੂਜੇ ਤੋਂ ਆਸ ਛੱਡ ਦਿਓ ਕਰਨੀ। ਤੁਸੀਂ ਆਸ ਛੱਡੋ, ਤੁਹਾਨੂੰ ਜਨੂਨ ਆਪਣਾ ਇੱਕ ਰਸ ਲੱਭੂਗਾ ਉਸ ਚੀਜ਼ 'ਚੋਂ। ਇਸ ਕਰਕੇ ਮੈਨੂੰ ਇਸ ਚੀਜ਼ ਦਾ ਕੋਈ ਗਮ ਨਹੀਂ, ਕੋਈ ਗਿਲਾ ਨਹੀਂ, ਮੈਂ ਖੁਸ਼ ਹਾਂ, ਸੰਤੁਸ਼ਟ ਹਾਂ ਪੂਰੀ ਤਰ੍ਹਾਂ। ਬਿਲਕੁਲ। ਇਹ ਗੱਲਾਂ ਸੀ ਤੁਹਾਡੀਆਂ ਲਿਖਤਾਂ ਬਾਰੇ, ਹੈ ਨਾ, ਪਰ ਜਦੋਂ ਅਲੀ ਰਾਜਪੁਰਾ ਬਾਰੇ ਪੜ੍ਹੋ ਤਾਂ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਤੁਹਾਡੀ ਪਰਸਨੈਲਿਟੀ ਦੇ ਰੰਗ ਨੇ ਜਿਹੜੇ ਸਾਹਮਣੇ ਆਉਂਦੇ ਨੇ। ਨਾਵਲ ਵੀ ਲਿਖੇ, ਵਾਰਤਕ 'ਚ ਨਰਿੰਦਰ ਸਿੰਘ ਕਪੂਰ ਹੁਣਾਂ ਨੂੰ, ਗੁਰਬਖਸ਼ ਸਿੰਘ ਜੀ ਨੂੰ ਤੁਸੀਂ ਬਹੁਤ ਪੜ੍ਹਿਆ, ਹੈ ਨਾ। ਜੀ ਬਿਲਕੁਲ। ਮੈਂ ਤੁਹਾਨੂੰ ਉਹਨਾਂ ਬਾਰੇ ਸ਼ਾਇਦ ਇੱਕ ਗੱਲ ਤੁਹਾਨੂੰ ਨਾ ਪਤਾ ਹੋਵੇ, ਮੈਂ ਦੱਸ ਦਿੰਦੀ ਹਾਂ ਕਿ ਨਰਿੰਦਰ ਸਿੰਘ ਕਪੂਰ ਵੀ ਨੇ ਜਿਹੜੇ ਜਦੋਂ ਵਾਰਤਕ ਲਿਖਦੇ ਨੇ ਉਸ ਤੋਂ ਪਹਿਲਾਂ ਕਵਿਤਾ ਪੜ੍ਹਦੇ ਨੇ। ਬਿਲਕੁਲ, ਹਾਂਜੀ, ਸਹੀ। ਅਸਲ ਦੇ ਵਿੱਚ ਤੁਹਾਡੀ ਵਾਰਤਕ ਦਾ ਜਿਹੜਾ ਸਟਾਈਲ ਹੈ ਉਹ ਕਵਿਤਾ ਚੋਂ ਨਿਕਲ ਕੇ ਆਉਂਦਾ। ਬਿਲਕੁਲ, ਉਹ ਬਿਲਕੁਲ। ਮੈਂ ਉਹਨਾਂ ਦਾ ਬਹੁਤ ਵੱਡਾ ਉਪਾਸ਼ਕ ਹਾਂ, ਫੈਨ ਹਾਂ ਬਹੁਤ ਵੱਡਾ, ਕਿਉਂਕਿ ਮੈਂ ਉਹਨਾਂ ਨੂੰ ਬਹੁਤ, ਗੁਰਬਖਸ਼ ਸਿੰਘ ਪ੍ਰੀਤਲੜੀ ਸਾਹਿਬ ਨੂੰ ਜਾਂ ਕਪੂਰ ਸਾਹਿਬ ਨੂੰ ਜਾਂ ਬਲਵੰਤ ਗਾਰਗੀ ਸਾਹਿਬ ਨੂੰ ਮੈਂ ਇਹ ਨਹੀਂ ਦੇਖ ਕੇ ਲਿਖਦਾ ਕਿ ਉਹ ਕੀ ਲਿਖਦੇ ਨੇ, ਮੈਂ ਇਹ ਦੇਖਦਾ, ਇਹ ਵਾਚਦਾ ਉਸ ਚੀਜ਼ ਨੂੰ ਕਿ ਉਹ ਇਸ ਗੱਲ ਨੂੰ ਕਿਸ ਤਰ੍ਹਾਂ ਲਿਖ ਰਹੇ ਨੇ, ਉਹਨਾਂ ਨੇ ਆਪਣੀ ਇਹ ਗੱਲ ਕਿਵੇਂ ਕੀਤੀ। ਮੈਂ ਸਟਾਈਲ ਦੇਖਦਾ, ਉਹਨਾਂ ਦਾ ਤਰੀਕਾ ਦੇਖਦਾ, ਸ਼ਬਦ ਚਿਣਨ ਦਾ, ਕਿਉਂਕਿ ਘਾੜਤ ਨੇ ਸ਼ਬਦਾਂ ਦੇ। ਇਹ ਤਿੰਨੋਂ ਇੱਦਾਂ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇੱਕ ਆਪਣਾ ਸਟਾਈਲ ਹੈ ਤੇ ਆਪਣਾ ਇੱਕ ਸਰੋਤਾ ਵਰਗ ਹੈ, ਪਾਠਕ ਵਰਗ ਹੈ ਆਪਣਾ ਇੱਕ। ਹਾਂਜੀ ਜੀ। ਤੁਹਾਡੀ ਸ਼ਖਸੀਅਤ ਦੇ ਮੈਂ ਰੰਗਾਂ ਦੀ ਗੱਲ ਕਰ ਰਹੀ ਸੀ, ਤੁਸੀਂ ਵਧੀਆ ਲੇਖਕ ਵੀ ਹੋ, ਪਰ ਨਾਲ ਦੀ ਨਾਲ ਜਦੋਂ ਬਾਪੂ ਕਰਨੈਲ ਸਿੰਘ ਪਾਰਸੂਣਾ ਕੋਲ ਗਏ ਸੀ ਤਾਂ ਤੁਸੀਂ ਗਾਇਕ ਬਣਨਾ ਚਾਹੁੰਦੇ ਸੀ, ਹੈ ਨਾ ਜੀ। ਫਿਰ ਇੱਕ ਵੱਡੀ ਕੰਪਨੀ ਨਾਲ ਤੁਹਾਡਾ ਕੰਟਰੈਕਟ ਵੀ ਹੁੰਦਾ ਹੈ, ਤੁਸੀਂ ਉਹਨਾਂ ਨਾਲ ਬੌਂਡ ਹੁੰਦੇ ਹੋ, ਕੈਸਟ ਵੀ ਆਉਂਦੀ ਹੈ, 2 ਜ਼ੁਲਫਾਂ ਗਾਣਾ ਤੁਸੀਂ ਕਰਦੇ ਹੋ ਜੀ। ਪਰ ਲੇਖਕ ਹੋਣ ਦੇ ਨਾਲ ਜਿਹੜੀ ਪ੍ਰਸਿੱਧੀ ਮਿਲੀ ਆ ਉਹ ਗਾਇਕ ਤੌਰ 'ਤੇ, ਮੈਂ ਕਿਉਂਕਿ 5 ਸਾਲ ਹੋ ਗਏ ਨੇ ਤੁਹਾਨੂੰ ਤੁਹਾਡੀ ਉਹ ਕੈਸੇਟ ਆਈ ਨੂੰ ਵੀ ਜਿਹੜੀ 2 ਜ਼ੁਲਫਾਂ, ਹੈ ਨਾ ਜੀ, ਗਾਇਕੀ ਦੇ ਖੇਤਰ ਦੇ ਵਿੱਚ ਇਹ ਪ੍ਰਸਿੱਧੀ ਕਿਉਂ ਨਹੀਂ ਮਿਲੀ? ਅਸਲ 'ਚ ਉਹੀ ਗੱਲ ਹੈ ਨਾ, ਜਿਹੜਾ ਮੇਰਾ ਸੁਪਨਾ ਸੀ ਗਾਇਕ ਬਣਨ ਦਾ, ਉਹ ਜਿਹੜੀ ਤਾਰ ਸੀ ਉਹ ਤੁਣਕਦੀ ਰਹੀ 14 ਸਾਲ ਲਗਾਤਾਰ ਤੁਣਕੀ ਉਹ, ਤੇ ਉਹਦੀ ਤੁਣਕਦੀ ਜਦੋਂ ਇੱਕ ਮਿਊਜ਼ਿਕ ਦੇ ਰੂਪ ਦੇ ਵਿੱਚ ਬਣੀ ਉਹ 2 ਜ਼ੁਲਫਾਂ ਬਣ ਗਈਆਂ। ਤੇ 2 ਜ਼ੁਲਫਾਂ ਕਰਨਾ ਇੱਕ ਮੇਰਾ ਸੁਪਨਾ ਸੀ ਮੁੱਢ ਦੇ ਵਿੱਚ ਕਿ ਮੈਂ ਕਲਾਕਾਰ ਬਣਨਾ, ਤੇ ਉਸੇ ਕਰਕੇ 2 ਜ਼ੁਲਫਾਂ ਕੀਤਾ। ਤੇ ਸਿਰਫ ਉਹ ਇਹ ਕਰਨਾ ਸੀ ਕਿ ਮੈਂ ਕਰ ਸਕਦਾ, ਉਹ ਮੇਰਾ ਇੱਕ ਟੀਚਾ ਸੀ, ਇੱਕ ਮੇਰਾ ਸੁਪਨਾ ਸੀ ਯਾਰ ਮੈਂ ਗਾਉਣਾ ਤਾਂ ਗਾਉਣਾ ਹੀ ਹੈ, ਰੰਗ ਦਿਖਾਉਣਾ ਹੈ, ਮਤਲਬ ਮੈਂ ਆ ਵੀ ਕਰ ਸਕਦਾ। ਬਿਲਕੁਲ। ਤੇ ਉਸ ਤੋਂ ਵੱਡੀ ਗੱਲ ਕਿ ਵੱਡੀ ਕੰਪਨੀ ਨਾਲ ਤੁਹਾਡਾ ਸਾਂਝੀਵਾਲਤਾ ਹੋ ਜਾਣੀ, ਤੁਹਾਡੀ ਸਮਝੌਤਾ ਹੋ ਜਾਣਾ, ਉਹ ਮੇਰੀ ਖੁਸ਼ਨਸੀਬੀ ਸੀ ਕਿ ਉਸ ਗੀਤ ਦੇ ਉੱਤੇ ਪੰਜਾਬੀ ਧੁਨ ਕੰਪਨੀ ਨੇ
ਆਪਣਾ ਇੱਕ ਵੱਡੀ ਕੰਪਨੀ ਪੰਜਾਬ ਦੀ ਜਿਹੜੀ ਹੋਰ ਸੀ ਇੰਡੀਆ ਦੀ, ਉਹਨਾਂ ਨੇ ਰਲ ਕੇ ਕੰਮ ਕੀਤਾ ਸੀ ਤੇ ਮੇਰੇ 5 ਪੈਸੇ ਵੀ ਨਹੀਂ ਲੱਗਣ ਦਿੱਤੇ। ਅੱਛਾ ਜੀ। ਉਹਨਾਂ ਨੇ ਮੇਰੇ 5 ਪੈਸੇ ਨਹੀਂ ਲੱਗਣ ਦਿੱਤੇ ਤੇ ਉਹ ਮੇਰਾ ਖੁਸ਼ਨਸੀਬੀ ਸੀ ਕਿ ਐਡੇ ਵੱਡੇ ਪੱਧਰ ਤੇ ਰਿਲੀਜ਼ ਹੋਇਆ ਤੇ ਲੋਕਾਂ ਵੱਲੋਂ ਸਲਾਹਿਆ ਗਿਆ ਤੇ ਉਸ ਗੀਤ ਦੀਆਂ ਬਹੁਤ ਕੰਪੋਜੀਸ਼ਨਾਂ ਵੀ ਹੋਈਆਂ, ਕਾਪੀ ਵੀ ਹੋਇਆ ਗੀਤ ਤੋਂ ਬਾਅਦ। ਮੈਂ ਦੇਖ ਰਹੀ ਸੀ ਅੱਜ ਕੱਲ ਤਾਂ ਵਿਊਜ਼ ਦੇ ਦੌਰ ਨੇ ਤਾਂ ਉੱਤੇ ਵਿਊ ਬਹੁਤ ਸੋਹਣੇ ਆਏ ਹੋਏ ਨੇ ਗਾਣੇ ਤੇ। ਕਿਉਂਕਿ ਉਸ ਗੀਤ ਦੇ ਜ਼ਰੀਏ ਲੋਕਾਂ ਨੇ ਇੱਕ ਮੈਨੂੰ ਦੇਖਿਆ ਰੂਪ ਸੀ ਮੇਰਾ, ਪਰ ਉੱਥੇ ਵੀ ਸਮਝੌਤੇ ਹੁੰਦੇ ਆ ਤੁਹਾਡੇ। ਇਸ ਖੇਤਰ ਦੇ ਵਿੱਚ ਵੀ ਤੁਹਾਨੂੰ ਇੱਕ ਆਪਦਾ ਨਵਾਂ ਰੰਗ ਦੇਣਾ ਪੈਂਦਾ, ਬਦਲ ਕੇ ਆਉਣਾ ਪੈਂਦਾ, ਕਿਉਂਕਿ ਮੇਰੀ ਫੋਕ ਟੋਨ ਹੈ, ਫੋਕ ਲੋੜ ਤੇ ਮੈਂ ਕੰਮ ਕਰ ਸਕਦਾ। ਮੇਰੇ ਤੋਂ ਅੱਜ ਵਾਲਾ ਦੌਰ ਨਹੀਂ ਦੇਖਿਆ ਜਾਣਾ ਸੀ, ਕਿਉਂਕਿ ਇੱਕ ਪਾਸੇ ਤਾਂ ਮੈਂ ਗੁਰੂ ਘਰਾਂ 'ਚ ਜਾ ਕੇ ਸਪੀਚ ਕਰਦਾ, ਲੈਕਚਰ ਕਰਦਾ, ਲੋਕਾਂ ਨੂੰ ਸਿੱਖਿਆ ਦਿੰਦਾ, ਤੇ ਦੂਜੇ ਪਾਸੇ ਜਿਹੜਾ ਅੱਜ ਦੌਰ ਚੱਲ ਰਿਹਾ ਜੇ ਮੈਂ ਉਹ ਚੀਜ਼ਾਂ ਕਰੂੰਗਾ ਲੋਕਾਂ ਨੇ ਮੇਰੇ ਤੇ ਭਰੋਸਾ ਨਹੀਂ ਕਰਨਾ, ਕਿਉਂਕਿ ਲੋਕ ਮੇਰੇ ਤੋਂ ਆਸਾਂ ਰੱਖਦੇ ਆ। ਮੇਰਾ ਇੱਕ ਆਪਣਾ ਦਾਇਰਾ, ਇੱਕ ਮੇਰੇ ਤੋਂ ਚਾਹਣ ਵਾਲੇ ਮੇਰੇ ਆਪਣੇ ਨੇ, ਉਹਨਾਂ ਲੋਕਾਂ ਨੂੰ ਉਸ ਨਜ਼ਰ ਨਾਲ ਜਿਸ ਨਜ਼ਰ ਨਾਲ ਦੇਖਦੇ ਆ। ਮੈਂ ਆਪਣੇ ਆਪ ਤੇ ਕੱਪੜਾ ਨਹੀਂ ਪਾਉਣਾ ਚਾਹੁੰਦਾ, ਉਹੋ ਜਿਹੀ ਸ਼ੋਹਰਤ ਨਾਲੋਂ ਮੈਂ ਇੱਦਾਂ ਹੀ ਚੰਗਾ। ਇਸ ਕਰਕੇ ਭਰਿਆ ਮੇਲਾ ਛੱਡਿਆ, ਇਹ ਨਹੀਂ ਕਹਿ ਸਕਦਾ ਕਿ ਉੱਥੇ ਚੱਲਿਆ ਨਹੀਂ ਤਾਂ ਇੱਧਰ ਆ। ਉਹ ਇੱਕ ਦਿਖਾਉਣਾ ਸੀ ਵੀ ਇੱਥੇ ਵੀ ਜਾ ਸਕਦਾ, ਮੈਂ ਆ ਵੀ ਕਰਦਾ। ਉਹ ਜਿਹੜੇ ਲੋਕਾਂ ਦੇ ਭੁਲੇਖੇ ਸੀ ਉਹ ਦੂਰ ਕਰਨੇ ਸੀ, ਆਹ ਕਰਨਾ ਹੀ ਸੀਗਾ। ਇਹ ਤਾਂ ਮੈਂ ਕਹਿੰਦਾ ਮੇਰੇ ਮਰਨ ਤੱਕ ਮੇਰੇ ਨਾਲ ਜਾਊਗਾ ਲਿਖਣਾ। ਵੈਸੇ ਮੈਂ ਗਾਣਾ ਵੀ ਮੈਂ ਚਾਹੂੰਗੀ ਤੁਸੀਂ ਸੁਣਾਓ, ਪਰ ਮੈਂ ਇਹ ਚੀਜ਼ ਵੀ ਮੈਨੂੰ ਵੀ ਬਹੁਤ ਇਹ ਚੀਜ਼ ਦੁਖਦੀ ਹੈ ਕਿ ਅਸੀਂ ਲੇਖਕ ਨੂੰ ਇੱਕ ਢਾਂਚੇ 'ਚ ਬੰਨ੍ਹ ਲੈਂਦੇ ਹਾਂ, ਹੈ ਨਾ। ਮੰਨ ਲਓ ਤੁਸੀਂ ਸਿੱਖ ਇਤਿਹਾਸ ਬਾਰੇ ਲਿਖਿਆ ਤਾਂ ਕੱਲ੍ਹ ਨੂੰ ਤੁਸੀਂ ਗਾਣਾ ਨਹੀਂ ਗਾ ਸਕਦੇ, ਤੁਸੀਂ ਉਸ ਤਰੀਕੇ ਦੇ ਪਹਿਰਾਵੇ 'ਚ ਨਹੀਂ ਆ ਸਕਦੇ ਕਿ ਤੁਸੀਂ ਪਾਠਕਾਂ ਦੀ ਇਮੈਜੀਨੇਸ਼ਨ ਨਾਲੋਂ ਟੁੱਟ ਜਾਵੋ, ਹੈ ਨਾ। ਇਹ ਲੇਖਕ ਹੋਣ ਦੇ ਨਾਤੇ ਇੱਕ ਬਹੁਤ ਵੱਡਾ ਮੈਂ ਘਾਟਾ ਕਹਿ ਸਕਦੀ। ਨਹੀਂ, ਮੈਨੂੰ ਬਹੁਤ ਲੋਕ ਕਹਿੰਦੇ ਆ, ਇੱਦਾਂ ਦੀ ਕੋਈ ਗੱਲ ਨਹੀਂ। ਮੈਨੂੰ ਬਹੁਤ ਲੋਕਾਂ ਨੇ ਇਸ ਚੀਜ਼ ਦੀ, ਮੇਰੇ ਵਿਚਾਰੇ ਚਾਹਣ ਵਾਲੇ ਨੇ ਜਿਹੜੇ ਜਿਉਂਦੇ ਰਹਿਣ, ਉਹਨਾਂ ਨੇ ਮੈਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਕਰੋ। ਮੈਂ ਇੱਕੋ ਹੀ ਗੱਲ ਕਹਿਣਾ ਵੀ ਉਦੋਂ ਕਰੂੰਗਾ ਜਦੋਂ ਮੈਨੂੰ ਲੱਗਿਆ ਕਿ ਇਹ ਮੇਰੇ ਕਰਨ ਜੋਗਾ। ਕਿਉਂਕਿ ਜੇ ਮੈਂ ਲਿਖਦਾ ਆਪਦੀ ਸੰਤੁਸ਼ਟੀ ਲਈ, ਮੈਂ ਅੱਜ ਵੀ ਆਪਣੇ ਮਤਲਬ ਦੇ ਲਈ, ਆਪਦੇ ਇਹ ਕਹਿ ਲਓ ਠੰਡਕ ਦੇ ਲਈ ਕਰਦਾ, ਗਾ ਲੈਂਦਾ, ਹੈ ਨਾ, ਕੋਈ ਮਸਲਾ ਨਹੀਂ ਹੈਗੇ ਆ। ਪਰ ਮੈਂ ਉਹ ਨਹੀਂ ਗਾ ਸਕਦਾ ਜੋ ਲੋਕ ਗਾਉਂਦੇ ਆ, ਹੈ ਨਾ, ਕਿਉਂਕਿ ਮੇਰੇ ਤੋਂ ਬਹੁਤ ਆਸਾਂ ਨੇ। ਮੈਂ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਜਿਨ੍ਹਾਂ ਨੇ ਲੋਕਾਂ ਨੂੰ ਸੇਧ ਦਿੱਤੀ ਆ, ਹੈ ਨਾ। ਲੋਕਾਂ ਤੋਂ ਮੈਂ ਇਹ ਨਹੀਂ ਕਹਾਉਣਾ। ਮੇਰੀ ਮਾਂ ਇੱਕ ਗੱਲ ਕਹਿੰਦੀ ਸੀ, ਮੈਂ ਕਦੇ ਨਹੀਂ ਭੁੱਲਦਾ, ਕਿ ਪੁੱਤ ਇੱਦਾਂ ਦਾ ਕੋਈ ਕੰਮ ਨਾ ਕਰੀ ਲੋਕ ਤੈਨੂੰ ਗਾਲ ਕੱਢਣ। ਉਹ ਗਾਲ ਜਾਂ ਤਾਂ ਮਾਂ ਦੀ ਹੋਊਗੀ ਜਾਂ ਭੈਣ ਦੀ ਹੋਊਗੀ, ਉਹ ਮੈਨੂੰ ਗਾਲ ਲੱਗੂਗੀ। ਸੋ ਇਸ ਕਰਕੇ ਮੈਂ ਉਹੀ ਕਰਨਾ ਚਾਹੁੰਦਾ ਜਿੱਥੇ ਮੇਰੇ ਮਨ ਨੂੰ ਸੰਤੁਸ਼ਟੀ ਹੋਊਗੀ, ਜਿੱਥੇ ਮੈਨੂੰ ਠੀਕ ਲੱਗੂਗਾ। ਕਿਉਂਕਿ ਮੈਂ ਕਿਹੜਾ ਲਾਲਚ ਵਾਲੀ ਕਿਸੇ ਲਾਲਚ ਦੇ ਵੱਸ ਪੈ ਕੇ ਕਰਨਾ, ਕਿਉਂਕਿ ਉਹੋ ਜਿਹੀ ਜਿਹੜੀ ਸ਼ੋਹਰਤ ਹੈ, ਉੱਦਾਂ ਦਾ ਜਿਹੜਾ ਦਾਇਰਾ ਹੁੰਦਾ ਉਹ ਸੀਮਤ ਰਹਿ ਜਾਂਦਾ ਬੰਦਾ। ਤੁਸੀਂ ਬੇਭਰੋਸੇ ਹੋ ਜਾਂਦੇ ਹੋ ਲੋਕਾਂ ਤੋਂ, ਉਸ ਚੱਕਰ 'ਚ ਪੈਣ ਦੀ ਲੋੜ ਨਹੀਂ। ਮੈਂ ਸੰਤੁਸ਼ਟ ਹਾਂ ਜੀ ਇੱਥੇ ਜਿੱਥੇ ਹੈਗਾ। ਲਿਖਣ ਤੇ ਮੇਰੀ ਮਨ ਨੂੰ ਤਸੱਲੀ ਆ ਪੂਰੀ ਜੀ। ਪਹਿਲੀ ਲਈ ਇਹ ਵੀ ਤੁਸੀਂ ਹੀ ਤੋਰੀ ਹੈ ਕਿ ਜਦੋਂ ਵੀ ਕਿਸੇ ਬਾਰੇ ਕਿਤਾਬ ਲਿਖਣੀ ਆ ਤਾਂ ਇੱਕ ਕੰਟਰੈਕਟ ਕਰਨਾ ਤੇ ਫਿਰ, ਹੈ ਨਾ। ਵੈਸੇ ਤਾਂ ਵੱਡੇ ਜਦੋਂ ਤੁਸੀਂ ਲੇਖਕਾਂ ਨੂੰ ਹੋਰਾਂ ਨੂੰ ਵੀ ਮਿਲਦੇ ਹੋ, ਕਹਿੰਦੇ ਹੁੰਦੇ ਵੀ ਲੇਖਕ ਆ ਜਿਹੜਾ ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲਿਖਤਾਂ ਤੁਹਾਡੀਆਂ ਸ਼ੌਂਕ ਹੋ ਸਕਦੀਆਂ, ਤੁਹਾਡੀ ਕਿਰਤ ਨਹੀਂ ਹੋ ਸਕਦੀਆਂ। ਇਹਦੇ ਬਦਲੇ ਤੁਹਾਨੂੰ ਰੋਟੀ ਦੀ ਉਮੀਦ ਆ ਜਿਹੜੀ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਰੱਖਣੀ ਚਾਹੀਦੀ ਹੈ ਜੀ ਬੰਦੇ ਨੂੰ, ਪਰ ਸਹੀ ਟਾਈਮ ਦੇ ਰਹੇ ਹੋ ਕੀਮਤੀ ਆਪਦਾ। ਤੁਹਾਡੀ ਜ਼ਿੰਦਗੀ ਨੂੰ ਪੜ੍ਹਦੇ ਆ ਪਤਾ ਲੱਗਦਾ ਵੀ ਸਾਈਕਲ ਤੋਂ ਕਾਰ ਤੱਕ ਦਾ ਸਫ਼ਰ ਆ ਜਿਹੜਾ ਲਿਖਤਾਂ ਦੇ ਮੇਰੇ ਕੋਲ ਸਾਈਕਲ ਵੀ ਨਹੀਂ ਸੀਗਾ ਜੀ, ਤੁਹਾਨੂੰ ਸੱਚੀ ਦੱਸਾਂ। ਬਿਲਕੁਲ ਪੈਦਲ ਸੀ ਮੈਂ, ਸੜਕ ਛਾਪ ਸੀ। ਮੈਂ ਸਪਸ਼ਟ ਗੱਲ ਕਹਿਣਾ ਕਿ ਘਰ ਦੇ ਰਾਸ਼ਨ ਕਾਰਡ 'ਚ ਨਾਂ ਵੀ ਨਹੀਂ ਸੀ ਲਿਖਾਉਣਾ ਚਾਹੁੰਦੇ। ਸ਼ਰਮ ਮਹਿਸੂਸ ਕਰਦੇ ਸੀ, ਦੱਸਦੇ ਵੀ ਇਹ ਪੁੱਠੇ ਪੰਗੇ 'ਚ ਪੈ ਗਿਆ, ਕਿਉਂਕਿ ਸੇਠ ਨੇ ਵੀ ਕੱਢਤਾ ਸੀ ਉੱਥੋਂ। ਉਹ ਵੀ ਇਹ ਚਾਹੁੰਦਾ ਸੀ ਸਾਰਾ ਦਿਨ, ਹੈ ਨਾ, ਵੀ ਇਹ ਪੜ੍ਹੀ ਜਾਂਦਾ ਸ਼ਦਾਈਆਂ ਵਾਂਗੂ। ਤੁਸੀਂ ਸ਼ਾਇਦ ਮੇਰਾ ਕਾਲਮ ਨਹੀਂ, ਮੇਰੇ ਇੱਕ ਵੱਡੇ ਅਖਬਾਰ ਦੇ ਵਿੱਚ ਲਗਾਤਾਰ ਤਾਂ ਕਾਲਮ ਛਪਿਆ ਤੇ ਬਹੁਤ ਸਲਾਹਿਆ ਗਿਆ ਉਹ, ਕਿਉਂਕਿ ਤੁਸੀਂ ਕਰਨ ਵਾਲੇ ਬਣੋ, ਤੁਹਾਨੂੰ ਚਾਹੁਣ ਵਾਲੇ ਬੈਠੇ ਆ। ਬਿਲਕੁਲ, ਚੰਗਾ ਕੰਮ ਕਰੋ, ਤੁਹਾਨੂੰ ਸਪੋਰਟਰ ਖੜੇ ਆ ਤੁਹਾਡੇ ਨਾਲ ਜੀ। ਤੇ ਹੁਣ ਲੱਗਦਾ ਵੀ ਲਿਖਤਾਂ ਦੇ ਸਿਰ ਤੋਂ ਘਰ ਤੁਰ ਰਿਹਾ? ਨਹੀਂ, ਲਿਖਤਾਂ ਤੋਂ ਤਾਂ ਮੈਂ ਪੈਰਾਂ ਸਿਰ ਹੀ ਹੋਇਆ, ਤੁਹਾਨੂੰ ਦੱਸਦਾ। ਮੈਂ ਇਹਦੀ ਵੀ ਵਿਸਥਾਰਤਾ ਦਿੰਦਾ ਤੁਹਾਨੂੰ। ਅਸਲ ਦੇ ਵਿੱਚ ਜਦੋਂ ਸ਼ੁਰੂ ਕੀਤਾ ਮੈਂ ਪੰਜਾਬੀ ਦੇ ਵਿੱਚ ਪਹਿਲਾ ਬੰਦਾ ਸੀ ਜਿਹੜਾ ਲਿਖਣ ਦਾ ਐਗਰੀਮੈਂਟ ਕਰਦਾ ਸੀ। ਮੈਂ ਤਾਂ ਇੰਨੇ ਪੈਸੇ ਲਿਖਣ ਦੇ ਲਊਂਗਾ, ਤੁਸੀਂ ਸੋਚ ਵੀ ਨਹੀਂ ਸਕਦੇ, ਹੈ ਨਾ। ਕਿਉਂਕਿ ਮੈਂ ਸੋਚ ਸਕਦੀ ਹਾਂ ਕਿਉਂਕਿ ਵੀ ਕਿੰਨੇ ਲੈਂਦਾ, ਕਿਉਂਕਿ ਜਦੋਂ ਲਿੱਤੇ ਉਦੋਂ ਲਿੱਤੇ, ਮੈਨੂੰ ਕੋਈ ਸ਼ਰਮ ਨਹੀਂ ਇਸ ਚੀਜ਼ ਦੇ ਵਿੱਚ। ਮੈਂ ਆਪਦੀ ਮਿਹਨਤ ਲਿੱਤੀ ਤੇ ਪੰਜਾਬੀ ਦੇ ਵਿੱਚ ਇਦਾਂ ਦੀਆਂ ਕਾਫੀ ਕਿਤਾਬਾਂ ਨੇ ਜਿਹੜੀਆਂ ਮੇਰੇ ਹੱਥੋਂ ਲਿਖੀਆਂ ਨੇ, ਮੇਰਾ ਨਾਂ ਨਹੀਂ ਹੈਗਾ। ਜਦੋਂ ਮੈਂ ਮਿਹਨਤਾਂ ਨਾਲ ਲੇਗਾ, ਮੈਨੂੰ ਕੀ ਮਤਲਬ, ਅਗਲਾ ਆਪਦੇ ਜਿੱਥੇ ਮਰਜ਼ੀ ਵਰਤੇ ਜੋ ਨਾਮ। ਇਹ ਚੀਜ਼ ਮੈਂ ਸੋਚ ਸਕਦੀ ਹਾਂ ਕਿ ਜਦੋਂ 17 ਸਾਲ ਦੇ ਮੁੰਡੇ ਨੂੰ, ਹੈ ਨਾ, ਕੁਲਦੀਪ ਮਾਣਕ ਹੋਣਾ ਤੇ ਕਿਤਾਬ ਲਿਖਣ ਬਦਲੇ 80,000 ਰੁਪਏ ਮਿਲ ਸਕਦਾ, ਤਾਂ ਅੱਜ ਦੇ ਦੌਰ 'ਚ ਉਹ ਦੌਰ ਕਿੱਦਾਂ ਦਾ ਹੋਊਗਾ? ਉਦੋਂ 80,000 ਦੀ ਅਮਾਉਂਟ ਡਰ ਲੱਗਦਾ ਸੀ ਬੱਸ 'ਚ ਲੈ ਕੇ ਆਉਣ ਲੱਗੇ।
ਦਲੀਪ ਕੌਰ ਟਿਵਾਣਾ ਜੀ ਲਵੇ ਕੋਈ ਦਲੀਪ ਕੌਰ ਟਿਵਾਣਾ ਜੀ ਹੁਣਾਂ ਨਾਲ ਮੇਰੀ ਇੱਕ ਮੁਲਾਕਾਤ ਸੀ ਤਾਂ ਉਹ ਦੱਸਦੇ ਸੀ ਕਿ ਅੱਜ ਦੇ ਦੌਰ 'ਚ ਮੈਨੂੰ ਮਹਿਜ਼ 50,000 ਰੁਪਏ ਰਾਇਲਟੀ ਮਿਲਦੀ ਹੈ ਇੱਕ ਕਿਤਾਬ ਦੀ। ਕੀ ਬਾਤ ਹੈ। ਤੇ ਤੁਸੀਂ ਤਾਂ ਫਿਰ ਬਹੁਤ ਮਤਲਬ ਨਹੀਂ, ਮੈਂ ਤੁਹਾਨੂੰ ਦੱਸਾਂ, ਚਲੋ ਮੈਂ ਅੱਜ ਗੱਲ ਕਰਦਾ, ਵੈਸੇ ਕੀਤੀ ਨਹੀਂ, ਅੱਜ ਪਹਿਲੀ ਵਾਰੀ ਗੱਲ ਕਰ ਰਿਹਾ ਮੈਂ। ਹਾਂਜੀ। ਮੈਂ ਉਸ ਦੌਰ ਦੇ ਵਿੱਚ ਇੱਕ ਕਿਤਾਬ ਲਿਖਣ ਦਾ 3 ਲੱਖ ਰੁਪਏ ਵੀ ਲਿਆ। ਅੱਛਾ ਜੀ। ਟੱਚਵੁੱਡ ਡਰ ਕੇ ਕਹਿਣਾ, ਬਿਲਕੁਲ ਨਹੀਂ ਮਾਣ ਮੈਨੂੰ ਇਸ ਗੱਲ ਦਾ, ਕੋਈ ਹੰਕਾਰ ਨਹੀਂ, ਬਹੁਤ ਨਿਮਰਤਾ ਨਾਲ ਉਸ ਰੱਬ ਤੋਂ ਡਰ ਕੇ ਕਹਿਣਾ ਕਿ ਮੇਰੀ ਮਾਂ ਦੀਆਂ ਅਸੀਸਾਂ ਸੀ, ਉਸਤਾਦਾਂ ਦਾ ਆਸ਼ੀਰਵਾਦ ਸੀ, ਕਿਉਂਕਿ ਤੁਸੀਂ ਆਪਦਾ ਮੁੱਲ ਪਾਉਣਾ ਸਿੱਖੋ। ਜਿੱਥੇ ਅੱਜ ਆਪਾਂ ਬੈਠੇ ਹਾਂ, ਇਸ ਸ਼ਖਸੀਅਤ ਦਾ ਵੀ ਬਹੁਤ ਵੱਡਾ ਸੰਘਰਸ਼ ਹੈ। ਤੁਸੀਂ ਪਰਚੋਲ ਬਰੀਕੀ, ਤੁਸੀਂ ਸ਼ਾਇਦ ਉਸ ਦੌਰ ਨੂੰ ਮੈਂ ਦੇਖਿਆ ਆਪਦੀ ਅੱਖ, ਕਿਉਂਕਿ ਮੈਂ ਸੰਗੀਤ ਨਾਲ ਬਹੁਤ ਮੁੱਢ ਤੋਂ ਜੁੜਿਆ ਹੋਇਆ। ਠੀਕ ਹੈ ਜੀ। ਉਸ ਦੌਰ ਨੂੰ ਮੈਨੂੰ ਪਤਾ ਕਿ ਜਿਸ ਸ਼ਖਸੀਅਤ ਕਰਕੇ ਅੱਜ ਆਪਾਂ ਇੱਥੇ ਬੈਠੇ ਹਾਂ, ਉਸ ਸ਼ਖਸੀਅਤ ਨੇ ਕਿੱਡਾ ਸੰਘਰਸ਼ ਕਰਿਆ, ਕਿੱਥੋਂ ਚੱਲਿਆ। ਮੇਰੀ ਇਕੱਲੀ ਗੱਲ ਟਿਪ ਤੇ ਹੈ। ਬਿਲਕੁਲ। ਇਸ ਕਰਕੇ ਮੈਂ ਹਰ ਇੱਕ ਬੰਦੇ ਤੋਂ ਸਿੱਖਦਾ। ਮੈਨੂੰ ਬਹੁਤ ਤਸੱਲੀ ਹੋਈ ਅੱਜ ਇੱਥੇ ਆ ਕੇ, ਬਹੁਤ ਖੁਸ਼ੀ ਹੋਈ ਮੈਨੂੰ ਇਸ ਗੱਲ ਦੀ ਕਿ ਜਿਨ੍ਹਾਂ ਬਾਰੇ ਲੋਕ ਗੱਲਾਂ ਕਰਦੇ ਆ, ਜਿਹੜੇ ਕਹਿੰਦੇ ਸਾਨੂੰ ਮਿਹਨਤ ਨਹੀਂ ਮਿਲੀ, ਉਹ ਤੁਹਾਨੂੰ ਮਿਹਨਤ ਦਾ ਮੁੱਲ ਨਹੀਂ ਪਾਉਣਾ ਆਉਂਦਾ ਆਪਦੀ ਦਾ, ਤੁਹਾਨੂੰ ਕਮਰਸ਼ੀਅਲ ਹੋਣਾ ਹੀ ਨਹੀਂ ਆਇਆ। ਤੁਸੀਂ ਇੱਕ ਗੀਤ ਦੇ ਬਦਲੇ ਸ਼ਰਾਬ 'ਚ ਵਿਕ ਜਾਂਦੇ ਹੋ ਯਾਰ, ਤੁਹਾਨੂੰ ਮੁੱਲ ਦੇਖੋ ਤੁਹਾਡੀ ਕਿੱਥੇ। ਤੁਸੀਂ ਕਿਉਂ ਰੋਸਾ ਕਰਦੇ ਹੋ ਕਲਾਕਾਰਾਂ 'ਤੇ? ਜੇ ਤੁਹਾਡੇ 'ਚ ਕੁਆਲਿਟੀ ਹੈਗੀ ਆ ਤਾਂ ਕਲਾਕਾਰ ਤੁਹਾਡੇ ਦਰ ਤੱਕ ਚੱਲ ਕੇ ਆਉਣਗੇ, ਤੁਹਾਡਾ ਘਰ ਲੱਭਣਗੇ, ਪੁੱਛਣਗੇ ਕਿ ਕਿੱਥੇ ਨੇ। ਲਿਖਤ ਤੋਂ ਬਿਨਾਂ ਤਾਂ ਕਿਸੇ ਚੀਜ਼ ਦਾ ਅਸੀਂ ਧੁਰਾ ਹੀ ਨਹੀਂ ਮੰਨ ਸਕਦੇ। ਬਿਲਕੁਲ, ਕੇਂਦਰ ਬਿੰਦੂ ਹੁੰਦਾ ਜੀ ਸਾਰੇ ਦਾ। ਬਿਲਕੁਲ ਜੀ। 2017 ਦੇ ਵਿੱਚ ਤੁਹਾਨੂੰ ਗੁਰਦਾਸਪੁਰ ਵਿਖੇ ਕੈਪਟਨ ਅਮਰਿੰਦਰ ਸਿੰਘ ਸਟੇਟ ਅਵਾਰਡ ਦਿੰਦੇ ਆ। ਬਹੁਤ ਸਭ ਤੋਂ ਛੋਟੀ ਉਮਰ ਦੇ ਤੁਸੀਂ ਸੀ ਜਿਨ੍ਹਾਂ ਨੂੰ ਸਟੇਟ ਅਵਾਰਡ ਮਿਲਿਆ ਜੀ, ਲੇਖਕਾਂ ਦੇ ਵਿੱਚ। ਬਿਲਕੁਲ। ਇਸ ਤੋਂ ਇਲਾਵਾ ਵੀ ਕੋਈ ਸਨਮਾਨ ਮਿਲੇ ਨੇ? ਵੱਡਾ ਸਨਮਾਨ ਪਾਠਕ ਹੁੰਦੇ ਜੀ ਮਨੁੱਖ ਦਾ। ਹਾਂਜੀ। ਇੱਕ ਲੇਖਕ ਲਈ ਤੁਹਾਡੀ ਕਿਰਤ ਦਾ ਪੂਰਕ ਪੈ ਜਾਣਾ, ਲੋਕਾਂ ਵੱਲੋਂ ਸਲਾਹਿਆ ਜਾਣਾ, ਇਹ ਤੁਹਾਡਾ ਬਹੁਤ ਵੱਡਾ ਸਨਮਾਨ ਹੈ। ਬਾਕੀ ਦੁਨਿਆਵੀ ਖੇਡਾਂ ਨੇ ਜੀ, ਚਾਹੇ ਉਹ ਸਟੇਟ ਅਵਾਰਡ ਹੈ, ਚਾਹੇ ਉਹ ਡਿਸਟ੍ਰਿਕਟ ਅਵਾਰਡ ਹੈ, ਚਾਹੇ ਉਹ ਧਰਮ ਪ੍ਰਚਾਰ ਕਮੇਟੀ ਦਾ ਅਵਾਰਡ ਹੈ, ਇਹ ਜਿਹੜੀਆਂ ਚੀਜ਼ਾਂ ਨੇ ਹੋਰ ਬਹੁਤ ਨੇ ਇੱਦਾਂ ਦੀਆਂ ਸੰਸਥਾਵਾਂ ਵੱਲੋਂ ਜਿਹੜੇ ਦਿੱਤੇ ਗਏ ਆ, ਉਹ ਚੀਜ਼ਾਂ ਮੈਨੂੰ ਲੱਗਦਾ ਇੱਕ ਦਿਖਾਵਾ ਜਾਂ ਨੇ। ਤੁਹਾਨੂੰ ਕਹਿਣਾ ਪੈਂਦਾ ਕਿ ਮੇਰੇ ਕੋਲ ਆਹ ਚੀਜ਼ ਹੈਗੀ ਆ, ਪਰ ਉਹਨਾਂ ਬਿਨਾਂ ਬੰਦਾ ਅਧੂਰਾ ਵੀ ਹੈਗਾ। ਕਿਉਂਕਿ ਵੱਡਿਆਂ ਦੀ ਕਹਾਵਤ ਹੈ ਇੱਕ, ਜੋ ਦਿਖਦਾ ਉਹੀ ਵਿਕਦਾ, ਹੈ ਨਾ। ਸਾਨੂੰ ਇਹ ਚੀਜ਼ਾਂ ਦਿਖਾਵੇ ਦੇ ਲਈ ਤਾਂ ਮੰਨਦੇ ਹਾਂ ਆਪਾਂ, ਪਰ ਸਮੇਂ ਦੀ ਲੋੜ ਵੀ ਨੇ। ਇਸ ਕਰਕੇ ਹੋਰ ਬਹੁਤ ਸਨਮਾਨ ਨੇ, ਸਤਿਕਾਰ ਨੇ, ਪਰ ਸਭ ਤੋਂ ਵੱਡਾ ਮਾਣ ਸਤਿਕਾਰ ਇਹ ਹੈ ਕਿ ਮੇਰੇ ਨਾਲ ਇੱਦਾਂ ਦੀਆਂ ਘਟਨਾਵਾਂ ਘਟੀਆਂ ਕਿ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਪੰਜਾਬ ਦੇ ਵਿੱਚ, ਆਪਣੇ ਭਾਰਤ ਦੇ ਵਿੱਚ ਇੱਦਾਂ ਦੇ ਵੀ ਮੇਰੇ ਚਾਹੁਣ ਵਾਲੇ ਬੈਠੇ ਜਿਨ੍ਹਾਂ ਨੇ ਮੈਨੂੰ ਦੇਖਿਆ ਨਹੀਂ ਅਤੇ ਜਿਨ੍ਹਾਂ ਨੂੰ ਮੈਂ ਹੁਣ ਤੱਕ ਮਿਲਿਆ ਨਹੀਂ, ਅਤੇ ਜਿਹੜੇ ਲੋਕ ਇੱਦਾਂ ਕਹਿੰਦੇ ਆ ਕਿ ਜਦੋਂ ਅਸੀਂ ਤੇਰੇ ਕੋਲ ਆਏ ਤੇਰੇ ਹੱਥ ਚੁੰਮਣੇ ਆ। ਇੱਕ ਬਜ਼ੁਰਗ ਨੇ ਨਿਊਜ਼ੀਲੈਂਡ ਤੋਂ ਮੈਨੂੰ ਫੋਨ ਕੀਤਾ ਸੀ, ਕਹਿੰਦਾ ਮੈਂ ਜਦੋਂ ਇੰਡੀਆ ਆਇਆ ਤੇਰੇ ਪੈਰ ਸਪਰਸ਼ ਕਰਨੇ ਆ। ਇੱਕ ਮਾਂ ਮੇਰੀ ਬਣੀ ਜਿਹਨੇ ਮੇਰੀ ਇੰਟਰਵਿਊ ਸੁਣੀ, ਮੇਰੀ ਕਿਤਾਬ ਪੜ੍ਹੀ, ਉਹ ਸਿਰਫ ਜੇ ਮੇਰੀ ਸੁਬਾਹ ਗੱਲ ਹੁੰਦੀ ਹੈ ਤਾਂ ਸ਼ਾਮ ਨੂੰ ਇਹ ਫੋਨ ਕਰਕੇ ਪੁੱਛਦੀ ਆ, ਪੁੱਤ ਤੂੰ ਘਰੇ ਪਹੁੰਚ ਗਿਆ। ਇਹ ਤੋਂ ਵੱਡਾ ਸਨਮਾਨ ਮੇਰੇ ਲਈ ਕੀ ਹੋਊਗਾ। ਬੇਸ਼ੱਕ ਚਲੋ ਮੇਰੀ ਜਨਮ ਦੇਣ ਵਾਲੀ ਮਾਂ ਮੇਰੇ ਕੋਲੇ ਨਹੀਂ ਹੈਗੀ, ਰੁਖਸਤ ਹੋ ਚੁੱਕੀ ਆ ਦੁਨੀਆ ਤੋਂ, ਪਰ ਇੱਦਾਂ ਦੀਆਂ ਬਹੁਤ ਮਾਵਾਂ ਨੇ, ਭੈਣਾਂ ਨੇ ਮੇਰੀਆਂ, ਵੀਰ ਨੇ ਮੇਰੇ, ਜਿਹੜੇ ਮੇਰੇ ਲਈ ਅਰਦਾਸਾਂ ਕਰਦੇ ਆ, ਦੁਆਵਾਂ ਕਰਦੇ ਆ, ਅਤੇ ਜਿਨ੍ਹਾਂ ਦੇ ਹੌਸਲੇ 'ਚ ਮੈਂ ਭੱਜਿਆ ਫਿਰਦਾ, ਹੈ ਨਾ। ਮੈਂ ਕਿੱਡਾ ਖੁਸ਼ ਨਸੀਬ ਹਾਂ, ਇੱਥੇ ਤਾਂ ਆਪਣੇ ਸਕੇ ਨਹੀਂ ਆਪਣੇ ਬਣਦੇ। ਮੈਨੂੰ ਰੱਬ ਨੇ ਇੰਨਾ ਕੁਛ ਬਖਸ਼ਤਾ, ਇਸ ਤੋਂ ਵੱਧ ਕੇ ਮੈਨੂੰ ਲੱਗਦਾ ਕਿ ਫਿਰ ਤਾਂ ਤੁਹਾਡੀ ਭੁੱਖ ਹੀ ਨਹੀਂ ਪੂਰੀ ਹੋ ਸਕਦੀ ਕਦੇ ਜ਼ਿੰਦਗੀ 'ਚ, ਜੇ ਤੁਸੀਂ ਭੁੱਖ 'ਚ ਦੌੜੇ ਹੋਏ ਹੋ। ਤੁਹਾਨੂੰ ਚਾਹੁਣ ਵਾਲੇ ਨੇ ਜਿਹੜੇ ਤੁਹਾਡੇ ਨਜ਼ਦੀਕੀ, ਉਹ ਤਾਂ ਇਹ ਵੀ ਕਹਿੰਦੇ ਨੇ ਕਿ ਅਲੀ ਆਪਣੀਆਂ ਲਿਖਤਾਂ ਤੋਂ ਜਾਂ ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ ਸਿਰਫ ਆਪ ਨਹੀਂ ਉੱਪਰ ਉੱਠਿਆ, ਉਹਨੇ ਆਪਣੇ ਭੈਣ ਭਰਾਵਾਂ ਨੂੰ ਵੀ ਬਰਾਬਰ ਦੇ ਕੀਤਾ, ਹੈ ਨਾ। ਤੁਹਾਡੇ 2 ਵੱਡੇ ਭਾਈ ਸਾਹਿਬ, ਤੁਹਾਡੀ ਭੈਣ ਨੇ ਜਿਹੜੇ, ਉਹਨਾਂ ਨੂੰ ਵੀ ਤੁਸੀਂ ਆਪਣੇ ਬਰਾਬਰ ਖੜੇ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਕਰ ਰਹੇ ਹੋ? ਗਾਇਕੀ 'ਚ ਕੁਝ ਕਰੋਗੇ ਜਾਂ ਫਿਰ ਇਸੇ ਲਈ 'ਚ ਕਿਤਾਬਾਂ ਦੇ ਵਿੱਚ ਹੀ ਅੱਗੇ ਵਧਣ ਦੀ ਕੋਸ਼ਿਸ਼ ਹੈ? ਨਹੀਂ, ਦੇਖੋ, ਮੈਂ ਤੁਰੇ ਰਹਿਣ ਨੂੰ ਜ਼ਿੰਦਗੀ ਸਮਝਦਾ। ਤੁਸੀਂ ਖੜ ਗਏ ਤਾਂ ਖੜੇ ਪਾਣੀ ਵੀ ਵਸ ਜਾਂਦੇ ਆ। ਹਰ ਘੜੀ ਨਵਾਂ ਕਰਨਾ, ਨਵੇਕਲਾ ਸੋਚਣਾ ਤੁਹਾਡੀ ਪ੍ਰਾਪਤੀ ਹੈ। ਅੱਜ ਕੱਲ੍ਹ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 'ਤੇ ਕੰਮ ਕਰ ਰਿਹਾ, ਕਿਉਂਕਿ ਅਗਲੇ ਸਾਲ ਜਿਹੜਾ ਹੈਗਾ ਸਾਡਾ 400 ਸਾਲਾ ਮਨਾਇਆ ਜਾਣਾ। ਉਹ ਚੀਜ਼ 'ਤੇ ਮੇਰਾ ਬਹੁਤ ਬਰੀਕੀ 'ਚ ਕੰਮ ਚੱਲ ਰਿਹਾ ਕਿ ਸ਼੍ਰੀ ਗੁਰੂ ਲਸਾਨੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਮੁਸਲਮਾਨ ਮਿੱਤਰ ਅਤੇ ਸੀਸ ਯਾਤਰਾ, ਉਸ ਚੀਜ਼ 'ਤੇ ਕੰਮ ਕਰ ਰਿਹਾ। ਮੇਰੀ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਇਹ ਪਤਾ ਤਾਂ ਸਭ ਨੂੰ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਹੋ ਗਈ, ਐਡੀ ਘਾਲਣਾ ਸੀ ਉਹਨਾਂ ਨੇ, ਹੈ ਨਾ, ਸ਼ਹੀਦੀ ਦਿੱਤੀ ਕੌਮਾਂ ਦੇ ਲਈ। ਸੋ ਪਰ ਇਹ ਨਹੀਂ ਪਤਾ ਕਿ ਉਹ ਕਿੱਥੇ ਕਿੱਥੇ ਗਏ, ਕਿਹੜੇ ਮੁਸਲਮਾਨ ਮਿੱਤਰ ਹੋਏ ਉਹਨਾਂ ਦੇ,
ਹੈ ਨਾ, ਕਿਹੜੇ ਸਥਾਨਾਂ ਤੋਂ ਜਦੋਂ ਵਾਪਸੀ ਸੀਸ ਆਇਆ ਉਹਨਾਂ ਦਾ, ਕਿਹੜੇ ਸਥਾਨਾਂ ਤੋਂ ਹੋ ਕੇ ਆਇਆ, ਉਹ ਚੀਜ਼ 'ਤੇ ਕੰਮ ਕਰ ਰਿਹਾ। ਮੈਨੂੰ ਉਮੀਦ ਹੈ ਕਿ ਜਿਵੇਂ ਬਾਕੀ ਕਿਤਾਬਾਂ ਨੂੰ ਪਿਆਰ ਸਤਿਕਾਰ ਮਿਲਿਆ, ਉਸ ਤਰ੍ਹਾਂ ਇਸ ਕਿਤਾਬ ਨੂੰ ਵੀ ਪਾਠਕ ਪਿਆਰ ਦੇਣਗੇ, ਕਿਉਂਕਿ ਮੇਰੀ ਕੋਈ ਲਾਲਸਾ ਇਹ ਤਾਂ ਹੈ ਨਹੀਂ ਕਿ ਮੈਨੂੰ ਇਹ ਚੀਜ਼ ਨਸੀਬ ਹੋਵੇ। ਮੈਂ ਆਪਦਾ ਕਰਮ ਕਰਨਾ, ਉਹਨਾਂ ਨੇ ਆਪਦਾ ਕਰਮ ਕਰਨਾ ਜੀ। ਜਾਂਦੇ ਜਾਂਦੇ ਮੈਂ ਚਾਹੁੰਦੀ ਹਾਂ ਕਿ ਆਪਣੀ ਗਾਇਕੀ 'ਚੋਂ ਕੁਝ ਕੁ ਸੁਣਾ ਦਿਓ ਤੁਸੀਂ। ਮੇਰਾ ਵੈਸੇ ਗਲਾ ਖਰਾਬ ਆ, ਉੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਚਿਰ ਹੋ ਗਿਆ ਹੈ ਨਾ, ਹੁਣ ਕਾਫੀ ਚਿਰ ਤੋਂ ਬਾਅਦ ਮੈਂ ਦੱਸਦਾ ਤੁਹਾਨੂੰ। ਮਾਂ ਤੋਂ ਬਾਅਦ ਮੈਂ 1 ਸਾਲ ਤਾਂ ਹੱਸਿਆ ਨਹੀਂ, ਸੱਚਾਈ ਦੱਸ ਦੇਵਾਂ। ਕਾਰਨ ਕੀ ਹੁੰਦਾ, ਜਿਹੜਾ ਰਿਸ਼ਤਾ ਤੁਹਾਡੇ ਬਹੁਤ ਕਰੀਬ ਹੁੰਦਾ, ਬਹੁਤ ਨੇੜੇ ਹੁੰਦਾ, ਉਹ ਰਿਸ਼ਤਾ ਤੁਹਾਨੂੰ ਬਹੁਤ ਝੰਜੋੜਦਾ ਅੰਦਰੋਂ, ਬਹੁਤ ਤੋੜਦਾ ਅੰਦਰੋਂ। ਪਰ ਜਦੋਂ ਉਦਾਸ ਹੋਇਆ, ਮੈਂ ਇੱਕ ਦਿਨ ਆਪਣੀ ਅੰਮੀ ਦੀ ਕਬਰ 'ਤੇ ਖੜਿਆ ਸੀ। ਉਸ ਮੌਕੇ ਦੇ ਉੱਤੇ ਕੁਦਰਤ ਵੱਲੋਂ ਸ਼ਬਦਾਂ ਦੀ ਜਿਹੜੀ ਕਹਿ ਸਕਦੇ ਆ ਆਮਦ, ਕਾਵੀ ਲੋਕ ਆਮ ਕਹਿ ਦਿੰਦੇ ਵੀ ਆਮਦ ਹੋਈ ਹੈ ਨਾ, ਬਿਲਕੁਲ। ਪਰ ਮੈਂ ਸਿੱਧੀ ਜਿਹੀ ਗੱਲ ਕਰੂੰਗਾ ਕਿ ਗੀਤ ਔੜਿਆ ਹੈ ਨਾ, ਉਹ ਸੀ ਕਬਰ ਸਰਾਣੇ ਤੇਰੀ ਖੜ ਕੇ ਨੀ ਮਾਏ ਕਾਲਜੇ ਨੂੰ ਹੱਥ ਵਿੱਚ ਫੜ ਕੇ, ਕਬਰ ਸਰਾਣੇ ਤੇਰੀ ਖੜ ਕੇ ਨੀ ਮਾਏ ਕਾਲਜੇ ਨੂੰ ਹੱਥ ਵਿੱਚ ਫੜ ਕੇ, ਮਾਂ ਆਖ ਤੈਨੂੰ ਮਾਰਦਾ ਸੀ ਵਾਜਾਂ, ਬੀਬੀ ਆਖ ਤੈਨੂੰ ਮਾਰਦਾ ਸੀ ਵਾਜਾਂ, ਸੁਣ ਪਾਟਦਾ ਮਾਏ ਨੀ ਉਦੋਂ ਜੇਰਾ, ਵਸ ਗਈ ਤੂੰ ਰੱਬ ਵਾਲੇ ਦੇਸ਼ ਅਮੀਏ, ਨੀ ਪਿੱਛੋਂ ਰੁਲਿਆ ਜਵਾਨ ਪੁੱਤ ਤੇਰਾ, ਵਸ ਗਈ ਤੂੰ ਰੱਬ ਵਾਲੇ ਦੇਸ਼ ਮਾਏ ਮੇਰੀਏ, ਨੀ ਪਿੱਛੋਂ ਰੁਲਿਆ ਜਵਾਨ ਪੁੱਤ ਤੇਰਾ। ਇੱਦਾਂ ਸੀ। ਬਹੁਤ ਸੋਹਣੀ ਮਤਲਬ ਗੱਲ ਹੈ ਨਾ, ਤੁਸੀਂ ਹਾਲੇ ਤੱਕ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਮਹਿਸੂਸ ਕਰਦੇ ਹੋ। ਵੈਸੇ ਉਹਨਾਂ ਨੂੰ ਫਕਰ ਹੋਏਗਾ ਕਿ ਤੁਸੀਂ ਰੁਲੇ ਨਹੀਂ, ਤੁਸੀਂ ਉਹਨਾਂ ਦਾ ਨਾਂ ਹੈ ਜਿਹੜਾ ਰਹਿੰਦੀ ਦੁਨੀਆ ਤੱਕ। ਮੈਨੂੰ ਲੱਗਦਾ ਕਿ ਸਰੀਰਕ ਤੌਰ ਤੇ ਮਾਂ ਭਾਵੇਂ ਹੈਗੀ ਭਾਵੇਂ ਨਹੀਂ, ਪਰ ਮੇਰੀ ਸੋਚ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਮੈਨੂੰ ਮਾਂ ਦਾ ਪਰਛਾਵਾਂ ਮੇਰੇ ਨਾਲ ਹੈ, ਜਿਹਦੇ ਕਰਕੇ ਮੈਂ ਖੜਿਆ। ਸ਼ਾਇਦ ਉਹੀ ਕਿਤੇ ਖੜੀ ਹੈ ਮੇਰੇ ਨਾਲ, ਸ਼ਾਇਦ ਕਦੋਂ ਦਾ ਟੁੱਟ ਗਿਆ ਹੁੰਦਾ, ਕਦੋਂ ਦਾ ਖਿਲਰ ਗਿਆ ਹੁੰਦਾ ਜੀ। ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮੈਂ ਮਰਨ ਤੋਂ ਬਾਅਦ ਜਿਉਣ ਲਈ ਲਿਖਦਾ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਦੀਵੀ ਤੁਹਾਡੀ ਉਮਰ ਹੋਵੇ, ਤੁਸੀਂ ਇਸੇ ਤਰੀਕੇ ਨਾਲ ਜਿਹੜਾ ਚਾਹੇ ਉਹ ਸਿੱਖ ਇਤਿਹਾਸ ਹੈ, ਚਾਹੇ ਉਹ ਆਪਣੀਆਂ ਹੋਰ ਜਿਹੜੀਆਂ ਸਾਹਿਤਿਕ ਕਿਰਤਾਂ ਨੇ ਉਹਨਾਂ ਨੂੰ ਜਾਰੀ ਰੱਖੋ, ਤੇ ਪਾਠਕ ਨੇ ਜਿਹੜੇ ਇਸੇ ਤਰੀਕੇ ਨਾਲ ਤੁਹਾਨੂੰ ਮੁਹੱਬਤ ਕਰਦੇ ਰਹਿਣ। ਇਸ ਤੋਂ ਵੀ ਵੱਡੇ ਸਨਮਾਨ ਨੇ ਜਿਹੜੀ ਤੁਹਾਡੀ ਝੋਲੀ ਪੈਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।